ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨ ਕਉ ਲੋਚੈ ਸਭ ਕੋਈ, ਪੂਰੈ ਭਾਗ ਪ੍ਰਾਪਤ ਹੋਈ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀਐ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਜਲ ਤੇ ਉਪਜਿਤ ਰੰਗ ਜਿਉ, ਜਲ ਹੀ ਮਾਹੇ ਸਮਾਹੇ। ਜਲ ਤੇ ਉਪਜਿਤ ਰੰਗ ਜਿਉ, ਜਲ ਹੀ ਵਿਖੈ ਸਮਾਹੇ। ਜਿਸਨੂੰ ਸਾਜਨ ਰਾਖਸੀ, ਦੁਸ਼ਮਨ ਕਵਨ ਵਿਚਾਰ। ਛੁਵੈ ਨਾ ਸਕੈ ਤੇ ਸ਼ਾਹੇ ਕੋ, ਨਿਹਫਲ ਜਾਏ ਗਵਾਰ। ਜੇ ਸਾਧੂ ਸਰਣੀ ਪਰੇ, ਤਿਨਕੇ ਕਵਨ ਵਿਚਾਰ। ਦੰਤ ਜੀਵ ਜਿਮ ਰਾਖ ਹੈ, ਦੁਸ਼ਟ ਅਰਿਸ਼ਟ ਸੰਘਾਰ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਦਰ ਦਰਵੇਸੀ ਗਾਖੜੀ, ਚੱਲਾ ਦੁਨੀਆ ਭਤ। ਬੰਨ ਉਠਾਈ ਪੂਟਲੀ,
ਭਗਤ ਕਿਜ ਨਾ ਸੁਝੈ ਦੁਨੀਆ ਗੁੱਜੀ ਪਾਹੇ। ਕਿਜ ਨਾ ਬੁੱਝੈ ਕਿਜ ਨਾ ਸਾਈਂ ਮੇਰਾ ਚੰਗਾ ਕੀਤਾ ਨਾਹੀ ਤਾਂ ਹੰ ਭੀ ਦੱਜਾਂ ਆਹੇ। ਫਰੀਦਾ ਦਰ ਦਰਵੇਸੀ ਗਾਖੜੀ ਚੱਲਾ ਦੁਨੀਆ ਭਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਦੋ ਜਹਾਨ ਸਰਵਨੇ ਕਾਇਨਾਤ ਲੋਕ ਪ੍ਰਲੋਕ ਦੇ ਸਹਾਇਕ ਸ਼ਬਦ ਅਵਤਾਰ ਮਹਿਮਾ ਪਾਰ ਭਵ ਸਾਗਰ ਤੋਂ ਤਾਰਨਹਾਰ ਤਖਤ ਚੌਰ ਛਤਰ ਕੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਜੀ ਦੀ ਆਤਮਿਕ ਜੋਤ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਐਸੇ ਦੀਨ ਦਿਆਲ ਸਤਿਗੁਰਾਂ ਦੀ ਮਹਾਨ ਰਹਿਮਤ ਹੋ ਰਹੀ ਹੈ, ਕਿਰਪਾਲਤਾ ਹੋ ਰਹੀ ਹੈ, ਜਿਸ ਸਦਕਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੁਬਾਹ ਅੰਮ੍ਰਿਤ ਵੇਲੇ ਆਪਣੇ ਤਖਤ 'ਤੇ ਸਜ ਤਜ ਕੇ ਪ੍ਰਕਾਸ਼ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਦਰੀ ਨਦਰ ਨਿਹਾਲ ਕਰ ਰਹੇ ਹਨ। ਸਤਿਗੁਰਾਂ ਦੀ ਰਹਿਮਤ ਸਦਕਾ ਜਿੱਥੇ ਆਪਾਂ ਸਾਰਿਆਂ ਨੇ ਹੀ ਗੁਰੂ ਪਿਆਰੇ ਰਾਗੀ ਜਥੇ ਕੋਲੋਂ ਸ੍ਰੀ ਆਸਾ ਜੀ ਦੇ ਵਾਰ ਦੇ ਸੰਪੂਰਨ ਕੀਰਤਨ ਸਰਵਣ ਕੀਤੇ ਨੇ। ਸਾਡੇ ਵੱਡੇ ਭਾਗ ਨੇ ਤੇ ਨਾਲ ਹੋਰ ਸਤਿਗੁਰਾਂ ਦੀ ਰਹਿਮਤ ਹੈ। ਜਿੱਥੇ ਬਾਣੀ ਸਰਵਣ ਕੀਤੀ, ਗੁਰਾਂ ਦੇ ਦਰਸ਼ਨ ਦਾਰੇ ਕੀਤੇ, ਗੁਰੂ ਘਰ ਦੀ ਯਾਤਰਾ ਕੀਤੀ ਹੈ, ਹੋਰ ਸੇਵਾਵਾਂ ਵਿੱਚ ਵੀ ਸੰਗਤ ਜੁਟੀ ਹੋਈ ਹੈ। ਇਹ ਸਤਿਗੁਰਾਂ ਦੀ ਮਹਾਨ ਰਹਿਮਤ ਹੈ, ਅਸੀਸਾਂ ਹਨ। ਕਿਉਂਕਿ ਅਜਿਹਾ ਸਤਿਗੁਰਾਂ ਦੀ ਮਹਾਨ ਰਹਿਮਤ ਸਦਕਾ ਹੀ ਹੋ ਸਕਦਾ ਹੈ। ਗੁਰੂ ਪਾਤਸ਼ਾਹ ਕਿਰਪਾਲਤਾ ਕਰਨ ਸਾਡੇ 'ਤੇ, ਤਰਸ ਕਰਨ, ਫਿਰ ਸਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ, ਇਸ਼ਨਾਨ ਪਾਉਣ ਅਤੇ ਫਿਰ ਗੁਰੂ ਦੇ ਦੁਆਰੇ 'ਤੇ ਚੱਲ ਕੇ ਆਉਣਾ, ਬਾਣੀ ਸਰਵਣ ਕਰਨੀ ਅਤੇ ਗੁਰੂ ਕੇ ਦਰਬਾਰ ਦੀ ਸੇਵਾ ਕਰਨੀ। ਇਹ ਗੁਰੂ ਦੀਆਂ ਅਸੀਸਾਂ ਹੁੰਦੀਆਂ ਨੇ, ਗੁਰੂ ਕੀ ਰਹਿਮਤ ਹੁੰਦੀ ਹੈ। ਤੋ ਆਪ ਸਾਰੇ ਹੀ ਗੁਰੂ ਦੀਆਂ ਰਹਿਮਤਾਂ ਦੇ ਪਾਤਰ ਹੋ। ਗੁਰੂ ਪਾਤਸ਼ਾਹ ਇਸੇ ਪ੍ਰਕਾਰ ਆਪਾਂ ਬੇਨਤੀਆਂ ਕਰਕੇ ਮਹਾਰਾਜ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਸਾਧ ਸੰਗਤ ਜੀਓ, ਜਿੱਥੇ ਸਾਡੀਆਂ ਆਸਾਂ ਪੂਰਨ ਕਰਨ ਵਾਲੀ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਨੇ, ਆਪ ਸੰਗਤਾਂ ਨੇ ਭਲੀ ਪ੍ਰਕਾਰ ਸਰਵਣ ਕੀਤੇ। ਉੱਥੇ ਹੁਣ ਸਤਿਗੁਰਾਂ ਦੀ ਰਹਿਮਤ ਸਦਕਾ ਚੱਲ ਰਹੀ ਕਈ ਦਿਨਾਂ ਤੋਂ ਜੋ ਕਥਾ ਦਾ ਆਨੰਦ ਮਾਣਦੇ ਹੋ। ਕੋਈ ਦਿਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅਵਤਾਰ ਪੁਰਬ ਨੇੜੇ ਹੋਣ ਕਰਕੇ ਗੁਰੂ ਨਾਨਕ ਦੀ ਮਹਿਮਾ ਸਾਰਿਆਂ ਨੇ ਗਾਇਨ ਕੀਤੀ, ਸਰਵਣ ਕੀਤੀ ਹੈ। ਸਵਈਏ ਮਹੱਲੇ ਪਹਿਲੇ ਇਹਦੀ ਵਿਚਾਰ ਕਥਾ ਸਰਵਣ ਕਰਦੇ ਆਏ ਹਾਂ। ਕੱਲ੍ਹ ਤੋਂ ਫਿਰ ਗੁਰਮਤਾ ਜਿਸ ਪ੍ਰਕਾਰ ਹੋਇਆ ਵੀ ਬਾਬਾ ਫਰੀਦ ਜੀ ਦੀ ਪਾਵਨ ਬਾਣੀ ਜੋ ਸ਼ਲੋਕ ਸ਼ੇਖ ਫਰੀਦ ਜੀ ਕੇ ਹਨ, ਉਹਨਾਂ ਦੀ ਵਿਚਾਰ ਕੱਲ੍ਹ ਤੋਂ ਆਪਾਂ ਸਰਵਣ ਕਰ ਰਹੇ ਹਾਂ। ਇੱਕ ਸ਼ਲੋਕ ਦੀ ਵਿਚਾਰ ਹੋਈ ਸੀ ਕੱਲ੍ਹ, ਅਗਲੀ ਵਿਚਾਰ ਆਓ ਸਾਰੇ ਸਰਵਣ ਕਰੀਏ। ਜਿੱਥੇ ਜਿੱਥੇ ਆਵਾਜ਼ ਜਾ ਰਹੀ ਹੈ
ਜਾਂ ਜਿਤਨੇ ਵੀ ਸੇਵਾ ਕਰਦੇ ਸਾਰੇ ਹਾਜ਼ਰੀਆਂ ਲਾਇਆ ਕਰਗੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਮਹਾਨ ਕਿਰਪਾਲਤਾ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਬਾਣੀ ਇਕੱਤਰ ਕਰਕੇ ਜਿੱਥੇ ਗੁਰੂ ਸਾਹਿਬਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਹੈ ਦਰਜ, ਉੱਥੇ ਸਾਧ ਸੰਗਤ ਜੀ ਸੰਤਾਂ ਭਗਤਾਂ ਫਕੀਰਾਂ ਫਕਰਾਂ ਦੀ ਬਾਣੀ ਵੀ ਦਰਜ ਹੈ। ਜਿਵੇਂ ਇਹ ਇੱਕ ਸੂਹੀ ਫਕੀਰਾਂ ਦੀ ਇੱਕ ਜਮਾਤ ਹੈ। ਉਸ ਸਮੇਂ ਦੇ ਸੂਹੀ ਫਕੀਰਾਂ ਵਿੱਚੋਂ ਆਪਣੇ ਸਮੇਂ ਦੇ ਮੰਨੇ ਪ੍ਰਮੰਨੇ ਮਹਾਂਪੁਰਸ਼ ਬਾਬਾ ਫਰੀਦ ਜੀ, ਸ਼ੇਖ ਫਰੀਦ ਜੀ, ਉਹਨਾਂ ਦੀ ਬਾਣੀ, ਉਹਨਾਂ ਦੇ ਵਿਚਾਰ ਪਵਿੱਤਰ, ਜਦੋਂ ਸਾਧ ਸੰਗਤ ਜੀ ਸੰਸਾਰ ਨੂੰ ਕੈਸਾ ਵਿਰਾਗਮਈ ਢੰਗ ਨਾਲ ਸਮਝਾਉਣਾ ਕੀਤਾ ਬਾਬਾ ਜੀ ਨੇ। ਉਹ ਉਸ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਪਾਵਨ ਪਵਿੱਤਰ ਆਪਾਂ ਸਰੂਪ ਨੂੰ ਹਿਰਦੇ 'ਚ ਵਸਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਹਾਜ਼ਰੀਆਂ ਲਾਈਏ, ਕਥਾ ਵਿੱਚ ਸ਼ਾਮਲ ਹੋਈਏ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਫਿਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਦਰ ਦਰਵੇਸੀ ਗਾਖੜੀ ਚੱਲਾ ਦੁਨੀਆ ਭਤ। ਸਾਧ ਸੰਗਤ ਫਰੀਦ ਸਾਹਿਬ ਦੇ ਇੱਕ ਇੱਕ ਸ਼ਲੋਕ ਦੀ ਉਥਾਨਕਾ ਹੈ। ਉਥਾਨਕਾ ਤੋਂ ਭਾਵਨਾ ਉਹ ਥਾਨ ਸੁੱਖਾਂ ਦੇਣ ਵਾਲਾ ਜਿੱਥੇ ਬਾਣੀ ਉਚਾਰਨ ਕੀਤੀ ਗਈ ਕਿਹੜੀ ਥਾਂ ਸੀ, ਜਾਂ ਆਪਾਂ ਇਸ ਜੋ ਸ਼ਬਦ ਹੈ ਸ਼ਲੋਕ ਦੀ ਬੈਕਗਰਾਊਂਡ ਕੀ ਹੈ, ਵਿਆਖਿਆ ਤੋਂ ਪਹਿਲਾਂ ਹੀ ਆਉਂਦੀ ਹੈ। ਇਹ ਵਿਚਾਰ ਕਰਾਂਗੇ। ਕੱਲ੍ਹ ਉਥਾਨਕਾ ਕੋ ਸੁਣਾ ਰਹੇ ਸਾਂ, ਇੱਕ ਕਿੱਸਾ ਸੁਣਾਦਾ ਸੀ ਬਾਬਾ ਫਰੀਦ ਜੀ ਦੇ ਪਹਿਲੇ ਜਨਮ ਵਾਲਾ। ਅਗਲਾ ਜਨਮ ਜਿਹੜਾ ਉਹਦੀ ਵਿਚਾਰ ਦੀ ਉਥਾਨਕਾ ਥੋੜ੍ਹੀ ਕੁਛ ਰਹਿੰਦੀ ਸੀ, ਉਹ ਵੀ ਸਾਂਝੀ ਕਰ ਲਈਏ। ਪਿਛਲੇ ਜਨਮ ਵਿੱਚ ਸੀ ਨਾ ਹੋਈ ਜਦੋਂ ਫਕੀਰ ਸਾਈਂ ਜੀ, ਕੱਲ੍ਹ ਆਪਾਂ ਨੇ ਵਿਚਾਰ ਸਾਂਝੀ ਕੀਤੀ ਸੀ, ਸਮਾਧੀ ਸਥਿਤ ਸਨ। ਉੱਥੇ ਚੋਰ ਆਏ ਕੁਝ ਲੋਕ, ਉਹਨਾਂ ਨੇ ਸੁੱਖਣਾ ਸੁੱਖੀ ਅਤੇ ਚੋਰੀ ਕਰਕੇ ਲੈ ਕੇ ਆਏ ਫਕੀਰ ਜੀ ਨੂੰ। ਆਣ ਕੇ ਉਸ ਚੋਰੀ ਦੇ ਵਿੱਚ ਦਸਵੰਧ ਵਿੱਚੋਂ ਸਾਧ ਸੰਗਤ ਜੀ ਮੱਥਾ ਟੇਕਦਾ ਸੀ। ਅਤੇ ਸਾਈਂ ਜੀ ਐਸੇ ਮਹਾਨ ਫਕੀਰ ਸਨ, ਦੁਨੀਆ ਦਾ ਕੋਈ ਪਤਾ ਹੀ ਨਹੀਂ ਸੀ। ਪਹਿਲੇ ਜਨਮ ਦੀ ਗੱਲ ਆ ਫਰੀਦ ਸਾਹਿਬ ਜੀ ਦੇ। ਅਤੇ ਉਹਨਾਂ ਨੇ ਧਨ ਮਾਲ ਕਾਫੀ, ਚੋਰਾਂ ਨੇ ਇਹਨਾਂ ਨੂੰ ਮੱਥਾ ਟੇਕ ਦਿੱਤਾ ਸੀ। ਅਤੇ ਇਹਨਾਂ ਨੇ ਕਿਹਾ ਇਹ ਕੋਈ ਚੋਰੀ ਚੰਗਾ ਕੰਮ ਹੋ ਗਿਆ। ਇਹ ਨਹੀਂ ਪਤਾ ਚੋਰੀ ਇਹ ਬੁਰਾ ਕੰਮ ਹੁੰਦਾ, ਕਿਉਂ ਸੰਸਾਰ ਦਾ ਕੋਈ ਰੀਤੀ ਦਾ ਪਤਾ ਹੀ ਨਹੀਂ ਸੀ। ਉਹਨੇ ਕਿਹਾ ਵੀ ਇਹਨੇ ਕਮਾਈ ਕਾਫੀ ਮਿਲ ਜਾਂਦੀ, ਕੋਈ ਚੋਰੀ ਚੰਗੀ ਨੌਕਰੀ ਹੋਣੀ ਜਾਂ ਕੋਈ ਚੰਗਾ ਧੰਦਾ ਹੀ ਹੋਏਗਾ। ਅਤੇ ਉਹ ਕਰਦਿਆਂ ਕਰਦਿਆਂ ਮਨ ਵਿੱਚ ਸੰਕਲਪ ਸੀਗਾ ਵੀ ਚੋਰੀ ਕੋਈ ਚੰਗਾ ਧੰਦਾ ਹੈ। ਤੋ ਉਦੋਂ ਦੇਵ ਨੇ ਇਹਨਾਂ ਦੀ ਉਮਰ ਵੀ ਪੂਰੀ ਹੋ ਗਈ ਸੀ, ਪਰ ਸਰੀਰ ਛੱਡ ਕੇ ਚੋਰੀ ਦਾ ਸੰਕਲਪ ਸਰੀਰ ਵਿੱਚ ਮਨ ਵਿੱਚ ਰਿਹਾ, ਜਿਹਦੇ ਕਰਕੇ ਜਨਮ ਜਦੋਂ ਅਗਲਾ ਹੋਇਆ ਸਾਧ ਸੰਗਤ ਜੀ, ਉਹਦੀ ਵਿਚਾਰ ਫਿਰ ਇਸ ਪ੍ਰਕਾਰ ਹੈ ਵੀ ਅਗਲਾ ਜਨਮ ਨਾ, ਜਦੋਂ ਪਹਿਲੇ ਤੋਂ ਅਗਲਾ ਜਨਮ ਧਾਰਨ ਕੀਤਾ ਫਰੀਦ ਸਾਹਿਬ ਜੀ ਨੇ, ਅਤੇ ਉਹ ਇੱਕ ਸਾਧ ਸੰਗਤ ਜੀ ਸ਼ੇਖ ਜਾਤੀ ਵਿੱਚ ਪਹਿਲਾਂ ਸੀ। ਕੁਰੇਸ਼ੀਆ ਸੰਘਿਆ ਜਾਤੀ ਮੁਸਲਮਾਨਾਂ ਵਿੱਚ ਪ੍ਰਸਿੱਧ, ਉਹਦੇ 'ਚ ਇਬਰਾਹੀਮ ਅਤੇ ਮੁਹੰਮਦ ਜੀ ਦਾ ਜਨਮ ਵੀ ਉਸੇ ਕੁਰੇਸ਼ੀਆ ਜਾਤੀ ਵਿੱਚ ਹੋਇਆ। ਕੱਲ੍ਹ ਵੀ ਦੱਸਿਆ ਸੀ ਮੁਸਲਮਾਨਾਂ ਦੇ 72 ਫਿਰਕੇ ਹਨ, ਪਰ 4 ਜਿਹੜੇ ਆ ਉਹਨਾਂ 'ਚ ਸ਼ੇਖ, ਸੈਯਦ, ਮੁਗਲ, ਪਠਾਨ ਇਹ ਵਿਸ਼ੇਸ਼ ਕਰਕੇ ਨੇ 4, ਬਾਕੀ 72 ਫਿਰਕੇ ਹਨ। ਤਾਂ ਉਹਨਾਂ ਵਿੱਚ ਜਿਵੇਂ ਇੱਕ ਹਰੜ ਜਾਤੀ ਵੀ ਆ, ਕੁਰੇਸ਼ੀਆ ਜਾਤੀ, ਹਰੜ ਜਾਤੀ ਗੋਤ ਕਹਿ ਲਓ। ਹਰੜ ਜਾਤੀ ਦੇ ਜ਼ਿਮੀਂਦਾਰਾਂ ਦੇ ਘਰੇ ਜਨਮ ਹੋ ਗਿਆ, ਅਗਲਾ ਜਨਮ ਫਰੀਦ ਜੀ ਦਾ। ਤੋ ਜਦੋਂ ਜਨਮ ਹੋਇਆ, ਚਲੋ ਜਵਾਨ ਹੋਏ, ਮਾਤਾ ਪਿਤਾ ਨੇ ਵਿਆਹਤਾ ਸੰਸਾਰਕ ਰੀਤੀ ਅਨੁਸਾਰ। ਚੰਗਾ ਦਾਜ ਦਹੇਜ ਹੋਣ ਕਰਕੇ ਚਲੋ ਚੰਗੇ ਸੀ, ਘਰੋਂ ਤਕੜੇ। ਉਹ ਫਿਰ ਕੰਮ ਕਾਜ ਕੋਈ ਨਾ ਹੋਣ ਕਰਕੇ ਅਤੇ ਸਾਧ ਸੰਗਤ ਜੀ ਕੁਛ ਐਸਾ ਸਮਾਂ ਆ ਗਿਆ, ਗਰੀਬੀ ਆ ਗਈ। ਅਤੇ ਜਿਹੜੀਆਂ ਬੀਬੀਆਂ ਵਿਆਹ ਕੇ ਲਿਆਉਂਦੇ ਆ, ਅਤੇ ਉਹਨਾਂ ਨੇ ਤਾਂ ਭਾਈ ਖਾਣ ਪਾਣ ਜੋ ਮੰਗਣਾ ਹੈ ਨਾ ਪਤੀ ਕੋਲੋਂ,
ਇਹ ਉਦੋਂ ਉਹਨਾਂ ਨੇ ਕਿ ਮੈਨੂੰ ਕਵੇ ਮੈਨੂੰ ਆਹ ਲਿਆ ਕੇ ਦਿਓ, ਜੋ ਲਿਆ ਕੇ ਦਿਓ, ਘਰ ਦੀ ਗਰੀਬੀ ਸੀ। ਇਹ ਜਵਾਬ ਹੀ ਦੇਣਾ ਸ਼ੁਰੂ ਕਰਤਾ, ਮੈਂ ਕਿੱਥੋਂ ਲਿਆ ਕੇ ਦੇਵਾਂ। ਕਹਿੰਦੀ ਚੋਰੀ ਕਰ, ਯਾਰੀ ਕਰ, ਭਾਵੇਂ ਕੰਮ ਕਰ, ਮੈਨੂੰ ਤਾਂ ਘਰੇ ਰਾਸ਼ਨ ਚਾਹੀਦਾ ਨਾ। ਤਾਂ ਉਹਦੇ ਬਹੁਤ ਤਾਨੇ ਮੈਨੇ ਹੋਣ ਕਰਕੇ ਤੇ ਫਿਰ ਕੋਲੋਂ ਨਿਕਲ ਗਏ ਨੇ ਵੀ ਕੋਈ ਕਮਾਈ ਕਰਕੇ ਲਿਆਈਏ। ਉਹ ਅੱਗੇ ਸੰਕਲਪ ਜਿਹੜਾ ਸੀ ਉਹ ਪਤਨੀ ਦੇ ਕਹਿਣ ਕਰਕੇ ਐਸਾ ਬਣ ਗਿਆ। ਪਿਛਲਾ ਜਦੋਂ ਜਨਮ ਸੀ ਨਾ ਪਹਿਲਾਂ ਵਾਲਾ, ਭਾਵੇਂ ਫਕੀਰ ਸਨ, ਉਦੋਂ ਇਹ ਸੰਕਲਪ ਹੋ ਗਿਆ ਵੀ ਚੋਰੀ ਕੋਈ ਚੰਗਾ ਹੀ ਧੰਦਾ ਹੁੰਦਾ। ਉਹ ਸੰਕਲਪ ਸਾਧ ਸੰਗਤ ਜੀ ਜਾਗਦਾ ਆ ਪਿਛਲਾ। ਜਦੋਂ ਘਰੋਂ ਨਿਕਲੇ ਕੋਈ ਕੰਮ ਕਾਜ ਦੀ ਨੌਕਰੀ ਦੀ ਭਾਲ ਵਿੱਚ, ਤੇ ਗਾਂ ਚੋਰਾਂ ਨਾਲ ਸੰਬੰਧ ਹੋ ਗਿਆ। ਇਹ ਪਿਛਲੇ ਜਨਮ ਦੀ ਜਿਹੜੀ ਆ ਉਹ ਜਿਹੜਾ ਖਿਆਲ ਆ ਉਹ ਐਂ ਆ ਜਾਂਦੇ ਨੇ। ਤਾਂ ਚੋਰਾਂ ਨਾਲ ਸੰਬੰਧ ਹੋ ਗਿਆ। ਕਹਿੰਦੇ ਵੀ ਮੈਨੂੰ ਨਾਲ ਰਲਾ ਲਓ। ਚਲੇ ਗਏ, ਗੱਲ ਨੂੰ ਛੇਤੀ ਮੁਕਾਉਣਾ ਆਪਾਂ। ਇੱਕ ਮੰਡੀ ਵਿੱਚ ਅਨਾਜ ਦੀਆਂ ਬੋਰੀਆਂ ਚੱਕ ਲਈਆਂ। ਉਹ ਚੋਰ ਦਾ ਪਹਿਲਾਂ ਹੀ ਇਸ ਤਰ੍ਹਾਂ ਦੇ ਸਨ, ਇਹ ਵਿਚਾਰੇ ਨਵੇਂ ਫਸੇ ਸਨ ਨਾਲ। ਉਹ ਬੋਰੀਆਂ ਚੱਕ ਕੇ ਭੱਜ ਗਏ। ਇਹ ਬੋਰੀ ਚੱਕੀ ਆਉਂਦੇ ਤੇ ਗਾਂ ਖੇਤ ਵਿੱਚ ਬੋਰੀ ਡਿੱਗ ਪਈ ਆ। ਉਹਨੂੰ ਖਿੱਚ ਧੂ ਕਰਨ ਲੱਗੇ ਨੇ ਤੇ ਉੱਥੇ ਹਾਸੇ ਦੀ ਆਵਾਜ਼ ਆਈ, ਹਾਸੇ ਦੀ। ਖੜਖੜ ਕੋਈ ਹੱਸੀ ਜਾ ਰਿਹਾ ਇਹਨਾਂ ਨੂੰ ਦੇਖ ਕੇ। ਉਹ ਕੀ ਸੀ? ਉਹ ਇੱਕ ਬਲਦ ਦਾ ਕਰੰਗ ਸੀ। ਕਰੰਗ ਕਹਿੰਦੇ ਨੇ, ਹੱਡ ਹੁੱਡ ਜੇ ਪੈਂਦੇ ਨਾ, ਹੱਡਾ ਰੋੜੀ 'ਚ ਇੱਕ ਬਲਦ ਦਾ ਕਰੰਗ, ਉਹ ਹੱਸੀ ਜਾਵੇ, ਉਹਦੀ ਆਵਾਜ਼ ਵਿੱਚੋਂ ਹੱਸਣ ਦੀ ਆਈ ਹੈ। ਤੇ ਫਰੀਦ ਜੀ ਫਿਰ ਆਹ ਕੀ ਗੱਲ ਹੋਈ ਬਈ? ਇਹ ਪਹਿਲੇ ਜਨਮ ਦੀਆਂ ਗੱਲਾਂ ਨੇ। ਹੱਸਣ ਦੀ ਆਵਾਜ਼ ਆਈ ਕਰੰਗ ਵਿੱਚੋਂ, ਤੇ ਉੱਥੇ ਹੀ ਬੋਰੀ ਤੇ ਛੱਡ ਦਿੱਤੇ। ਉਹਨੂੰ ਪੁੱਛਣ ਲੱਗੇ ਤੂੰ ਕੌਣ ਚੀਜ਼ ਹੈ, ਕਿਆ ਬਲਾ ਹੈ, ਕਿਉਂ ਹੱਸਿਆ? ਕਹਿੰਦਾ ਵੀ ਕੰਮ ਕਰ ਆਪਦਾ ਕੰਮ, ਸ਼ੁਕਰ ਹੈ, ਸ਼ੁਕਰ ਆ। ਕਹਿੰਦਾ ਮੈਂ ਤਾਂ ਇੱਕ ਸਿੱਟਾ ਹੀ ਚੋਰੀ ਕੀਤਾ ਸੀ, ਮੈਨੂੰ ਬਲਦ ਬਣਨਾ ਪਿਆ। ਪਹਿਲਾਂ ਉਹਦਾ ਕੰਮ ਕੀਤਾ ਜ਼ਮੀਨਦਾਰ ਦਾ, ਤੇ ਫਿਰ ਕਹਿੰਦਾ ਹੁਣ ਕਰੰਗ ਬਣ ਕੇ ਉਹਦੇ ਖੇਤ ਦੀ ਰਾਖੀ ਕਰ ਰਿਹਾ। ਤੇ ਮੈਂ ਹੱਸਦਾ ਤਾਂ, ਮੈਂ ਇੱਕ ਸਿੱਟਾ ਕੁਦਰਤੀ। ਕਹਿੰਦਾ ਉਹ ਦੱਸਣ ਲੱਗਾ ਵੀ ਤੂੰ ਮੈਨੂੰ ਉਹਦੀ ਕਹਾਣੀ ਦੱਸ। ਫਿਰ ਕਰੰਗ ਨੂੰ ਕਹਿੰਦਾ, ਉਹ ਬੋਰੀ ਤਾਂ ਉੱਥੇ ਰਹਿ ਗਈ, ਬੋਰੀ ਉੱਥੇ ਰਹਿ ਗਈ। ਕਹਿੰਦਾ ਮੈਨੂੰ ਕਹਾਣੀ ਦੱਸ ਕੀ ਹੈ। ਰੁਚੀ ਬਣ ਗਈ, ਪਹਿਲਾਂ ਵੀ ਨਾਮ ਵਾਲਾ ਸੀ ਨਾ, ਫਿਰ ਸੁਰਤਾ ਬਿਰਤਾ। ਉਹ ਫਿਰ ਦੱਸਣ ਲੱਗਾ। ਕਰੰਗ ਨੇ ਆਵਾਜ਼ ਦਿੱਤੀ, ਕਹਿੰਦਾ ਮੈਂ ਕਿ ਬਾਣੀਆ ਸਾਂ ਕੋਈ, ਕਿਤੋਂ ਮੰਡੀ 'ਚੋਂ ਆਇਆ ਸਾਂ, ਖੇਤ ਵਿੱਚ ਦੀ ਲੰਘਿਆ, ਉਹ ਸਿੱਟਾ ਮੇਰੇ ਕਹਿੰਦਾ ਵੀ ਕੁੜਤੇ ਨਾਲ ਲੱਗ ਗਿਆ। ਮੈਂ ਭੋਰ ਕੇ ਉਹਨੂੰ ਬੱਲੀ ਛਕਾ ਲਈ। ਉਹ ਖਾਣ ਕਰਕੇ ਮੇਰਾ ਜਨਮ ਐਸਾ ਬਣ ਗਿਆ ਵੀ ਮੈਂ ਜ਼ਮੀਨਦਾਰ ਦੇ ਘਰੇ ਫਿਰ ਮੈਨੂੰ ਬਲਦ ਹੋ ਕੇ ਜੰਮਣਾ ਪਿਆ। ਤੇ ਫਿਰ ਕਹਿੰਦਾ ਜਿੰਨਾ ਚਿਰ ਜਿਉਂਦਾ ਸਾਂ ਉਹਦੀ ਕਮਾਈ ਕੀਤੀ, ਫਿਰ ਕਹਿੰਦਾ ਮਰ ਗਿਆ। ਉਹਨੇ ਇੱਥੇ ਖੇਤ 'ਚ ਉਹਦੇ ਕਰੰਗ ਬਣਿਆ, ਹੁਣ ਵੀ ਰਾਖੀ ਕਰ ਰਿਹਾ ਮੇਰੇ ਕੋਲ, ਡਰਦੇ ਕੋਈ ਇੱਥੇ ਆਉਂਦੇ ਨਹੀਂ। ਤੇ ਮੈਂ ਤੈਨੂੰ ਤਾਂ ਕਹਿ ਰਿਹਾ ਵੀ ਹੱਸਦਾ ਮੈਂ ਤਾਂ ਵੀ ਮੈਂ ਤਾਂ ਇੱਕ ਸਿੱਟਾ ਹੀ ਤੋੜਿਆ ਸੀ, ਆ ਭੁਗਤ ਰਿਹਾ ਹੈ। ਤੇ ਤੂੰ ਹੀ ਭਲਿਓ ਜਿਹੜੇ ਆ ਬੋਰੀਆਂ ਭਰ ਲਈ ਜਾਂਦੇ ਹੋ ਚੋਰੀ ਦੀਆਂ, ਅਨਾਜ ਦੀਆਂ, ਤੇ ਤੁਹਾਡਾ ਛੁਟਕਾਰਾ ਕਿਵੇਂ ਆਉਣਾ? ਉਹ ਬੋਰੀ ਉੱਥੇ ਸੁੱਟੀ ਸਾਧ ਸੰਗਤ ਜੀ। ਤੇ ਇਹ ਤਾਂ ਫਿਰ ਬਰਾਗਮਈ ਦਾ ਪਹਿਲਾਂ ਹੀ ਸੀਗੇ ਵੀ ਸਾਡਾ ਕੰਮ ਨਹੀਂ ਹੈ। ਕਈ ਵਾਰੀ ਚੋਰਾਂ ਨਾਲ ਰਲ ਵੀ ਜਾਂਦੇ ਨਾ ਕਿ ਭਲੇ ਲੋਕ, ਤੇ ਫਿਰ ਉਹ ਸਾਧ ਸੰਗਤ ਜੀ ਭਲੀ ਪਿਛਲੀ ਕੀਤੀ ਹੋਈ ਸੰਗਤ ਜਿਹੜੀ ਆ ਉਹ ਫਿਰ ਜਾਗ ਹੀ ਆਉਂਦੀ। ਪਿਛਲੇ ਜਨਮਾਂ ਦੇ ਕੁਝ ਸੰਕਲਪ ਵੀ ਹੁੰਦੇ ਨੇ ਕਿ ਚੰਗੇ ਭਲੇ ਪੁਰਸ਼ ਆ। ਸਾਨੂੰ ਕਈ ਵਾਰੀ ਹੈਰਾਨਗੀ ਹੋ ਜਾਂਦੀ ਵੀ ਇਹ ਤਾਂ ਚੰਗਾ ਭਲਾ ਪੁਰਸ਼ ਹੀ, ਇਹਨੇ ਮਾੜਾ ਕੰਮ ਕਿਉਂ ਕਰ ਲਿਆ? ਕੋਈ ਪਿਛਲੇ ਜਨਮ ਦਾ ਸੰਕਲਪ ਹੁੰਦਾ। ਐਸੀਆਂ ਵਿਚਾਰਾਂ ਸਨ। ਤੋ ਸਾਧ ਸੰਗਤ ਜੀ ਫਿਰ ਇਹ ਐਸਾ ਜਨਮ ਸੀ ਪਿਛਲਾ ਫਰੀਦ ਸਾਹਿਬ ਜੀ ਦਾ। ਅਗਲੀ ਬਾਣੀ ਜੋ ਆ ਰਹੀ ਹੈ ਉਹਦੀ ਉਥਾਨ ਕਾਏ ਆ, ਉਹ ਵੀ ਫਿਰ ਉੱਥੋਂ ਬਾਣੀ ਸ਼ਲੋਕ ਉੱਥੋਂ ਸ਼ੁਰੂ ਹੋ ਗਏ ਸਨ। ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾ ਲਿਆਏ, ਜਿਦ ਦਿਹਾੜਾ ਧਨਵਰੀ ਸਾਹੇ ਲੈ ਲਿਖਾਏ। ਇੱਥੋਂ ਪਰ ਸ਼ਲੋਕ ਸ਼ੁਰੂ ਕਰਤੇ ਕਬੀਰ ਭਗਤ ਸਾਹਿਬ ਬਾਬਾ ਫਰੀਦ ਜੀ ਨੇ ਬਰਾਗਮਈ। तो अज का अगला जो श्लोक शुरू होना, आओ श्रवण करें जी। हाँ जी।
ਫਰੀਦਾ ਦਰ ਦਰਵੇਸੀ ਗਾਖੜੀ ਚੱਲਾ ਦੁਨੀਆ ਭਤ। ਵਾਹ ਬਈ ਵਾਹ, ਇਹ ਵੀ ਸਤ ਸੰਗ ਜੀ, ਇਹਦੇ ਵੀ ਕੋਈ ਨਾ ਉਥਾਨਕ ਹੈ ਸ਼ਬਦ ਦੀ। ਦਰ ਦਰਵੇਸ਼ੀ ਗਾਖੜੀ, ਫਰੀਦ ਜੀ ਕਹਿੰਦੇ ਨੇ ਦਰ ਉਸਦੇ ਪਰਮੇਸ਼ਰ ਦਾ ਜਿਹੜਾ ਦਰ ਹੈ, ਦਰਵਾਜ਼ਾ ਹੈ, ਉਹਦੀ ਦਰਵੇਸ਼ੀ, ਉਹਦੀ ਫਕੀਰੀ ਕਰਨ। ਦਰਵੇਸ਼ੀ ਫਕੀਰ ਨੂੰ, ਦਰਵੇਸ਼ ਫਕੀਰ ਨੂੰ ਕਹਿੰਦੇ ਨੇ, ਫਕੀਰੀ ਦਰਵੇਸ਼ੀ ਨੂੰ ਕਹਿੰਦੇ। ਪਰਮੇਸ਼ਰ ਦੇ ਦਰ ਦੀ ਜਿਹੜੀ ਆ ਫਕੀਰੀ, ਉਹ ਬੜੀ ਕਠਿਨ ਹੈ। ਚੱਲਾਂ ਦੁਨੀਆ ਭੱਤ, ਇੱਥੇ ਇਹਦੀ ਉਥਾਨਕ ਇਹ ਹੈ। ਇੱਕ ਵਾਰ ਫਕੀਰ ਸਾਈਂ ਜੀ, ਇਹਨਾਂ ਫਿਰ ਇਹ ਜਨਮ ਜਿਹੜਾ ਸੀ ਨਾ ਫਕੀਰ ਫਰੀਦ ਜੀ ਦਾ, ਪਹਿਲਾਂ ਹੁਣ ਮਾਤਾ ਦੇ, ਇਹ ਅਗਲੇ ਕੱਲ੍ਹ ਨੂੰ ਫਿਰ ਵਿਚਾਰ ਕਰਾਂਗੇ। ਮਾਤਾ ਜੀ ਦੀ ਕਿਰਪਾਲਤਾ ਕਰਕੇ ਭਗਤੀ ਵੇਲ ਲੱਗੇ ਸਾਨੂੰ। ਤੋ ਸਾਧ ਸੰਗਤ ਜੀ, ਬਾਬਾ ਫਰੀਦ ਜੀ ਦਰਿਆ ਦੇ ਕੰਢੇ ਕੰਢੇ ਜਾ ਰਹੇ ਸਨ। ਅੱਗੇ ਇੱਕ ਖੇਤ ਸੀ ਖਰਬੂਜਿਆਂ ਦਾ। ਸਾਈਂ ਫਕੀਰ ਚੱਲਦੇ ਰਹਿੰਦੇ ਹਨ ਅਤੇ ਉਹ ਖੇਤ ਕੋਲ ਦੀ ਲੰਘੇ। ਕੁਛ ਥੱਕੇ ਸਨ, ਇਹਨਾਂ ਨੇ ਕਿਹਾ ਵੀ ਕੁਛ ਖਰਬੂਜਾ ਲੈ ਕੇ ਛਕ ਲਈਏ, ਕੁਛ ਤਰਵਾਹ ਜਿਹਾ ਆ ਜਾਵੇਗਾ, ਭੁੱਖ ਮਿਟ ਜਾਵੇਗੀ। ਉਸਦਾ ਰਾਖਾ ਜਿਹੜਾ ਸੀ ਖੇਤ ਦਾ, ਉਹਨੂੰ ਕਹਿੰਦੇ ਭਾਈ ਮੈਨੂੰ ਖਰਬੂਜਾ ਦੇ ਦੇ ਇੱਕ, ਮੇਰੀ ਭੁੱਖ ਮਿਟ ਜਾਵੇਗੀ। ਉਹ ਨੌਕਰ ਵਿਚਾਰਾ ਇਤਨੀ ਕੁ ਮੱਤਦਾ ਸੀਗਾ, ਕਹਿੰਦਾ ਸਾਡੇ ਕੋਲ ਤਾਂ ਤੁਹਾਡੇ ਵਰਗੇ ਬਥੇਰੇ ਆਉਂਦੇ ਨੇ, ਫਿਰ ਤਾਂ ਅਸੀਂ ਕਹਿੰਦਾ ਇਹ ਫਕੀਰਾਂ ਨੂੰ ਦੇਖਦੇ ਕਿ ਖਰਬੂਜੇ ਸਾਰੇ ਗੁਆ ਦੀਏ। ਤਾਂ ਇਹ ਮੈਂ ਬੇਨਤੀ ਕਰਾਂ ਵੀ ਹੁੰਦਿਆਂ ਸੁੰਦਿਆਂ ਮੁੱਕਰਿਆ ਨਾ ਕਰੋ। ਆ ਪਰਸੋਂ ਦੀ ਗੱਲ ਹੀ ਮੈਂ ਦੱਸਦਿਆਂ, ਮੈਂ ਪ੍ਰਸ਼ਾਦੇ ਨੂੰ ਗਿਆ ਸਾਂ। ਉਹ ਮੈਂ ਘਰੇ ਪ੍ਰਸ਼ਾਦੇ ਨੂੰ ਗਿਆ ਅਤੇ ਉੱਧਰ ਮੈਂ ਤਾਂ ਪ੍ਰਸ਼ਾਦਾ ਹੀ ਲੈਣ ਗਿਆ। ਆਇਸ਼ਾ ਚਲੋ ਮੈਂ ਖੜ੍ਹ ਗਿਆ ਸੀ 2 ਮਿੰਟ, ਉੱਧਰੋਂ ਆ ਗਿਆ ਇੱਕ ਹੋਰ ਵਿਚਾਰਾ, ਕਸ਼ਮੀਰੀ ਫਿਰਦੇ ਨੇ ਨਾ, ਉਹ ਬਾਹਰ 'ਚ ਆਵਾਜ਼ਾਂ ਮਾਰੀ ਜਾਵੇ ਮੈਨੂੰ ਦਿਓ। ਉਹ ਭਾਈ ਸਾਹਿਬ ਮੇਰੇ ਕੋਲ ਜਿਹੜਾ ਖੜ੍ਹਾ ਸੀ, ਉਹ ਕਹਿੰਦਾ, ਉਹਨੂੰ ਝਿੜਕਦਾ, ਭਾਜਾ ਹੈ ਨਹੀਂ ਘਰੇ ਕੋਈ। ਮੈਂ ਕਿਹਾ ਵੀ ਆਇਆ ਤਾਂ ਨਾ ਕਰ ਤੂੰ ਜਾਂ ਝੂਠ ਬੋਲੀ ਜਾਣਾ, ਭਲਿਆ ਵਸਦਾ ਘਰ ਆ, ਸਾਰੇ ਤੁਸੀਂ ਘਰੇ ਹੋ, ਅਤੇ ਆਟੇ ਦੀ ਮੁੱਠ ਪਿੱਛੇ ਉਹਨੂੰ ਤੂੰ ਝੂਠ ਬੋਲੀ ਜਾਣਾ, ਘਰੇ ਕੋਈ ਹੈ ਨਹੀਂ ਐਸਾ ਬਚਨ ਨਾ ਕਰ, ਦੇ ਕੇ ਆ ਉਹਨੂੰ। ਫਿਰ ਇੱਕ ਬੱਚੇ ਨੂੰ ਭੇਜਦਾ 10 ਰੁਪਏ ਦੇ ਕੇ। ਮੈਂ ਕਿਹਾ ਜਿਹੜਾ ਵਸਦਾ ਘਰ ਆ, ਭਲੇ ਉਹ ਘਰਾਂ 'ਚ ਵਸਦਿਆਂ 'ਚ ਲੋਕ ਜਿਹੜੇ ਮੰਗਣ ਵਾਲੇ ਆਉਂਦੇ ਨੇ, ਮੈਂ ਵੀ ਤਾਂ ਮੰਗਣੀ ਆਇਆ। ਮੈਂ ਕਿਹਾ ਸਾਡੀ ਵੀ ਡਿਊਟੀ ਲੱਗੀ ਹੋਈ ਹੈ ਨਾ, ਇਹ ਪਰਮੇਸ਼ਰ ਨੇ ਕੋਈ ਡਿਊਟੀਆਂ ਲਾਈਆਂ ਨੇ, ਤੁਸੀਂ ਵਸਦੇ ਘਰ ਹੋ। ਜੇ ਵਸਦੇ ਘਰ 'ਚ ਕੋਈ ਆਵੇ ਅਤੇ ਵਸਦੇ ਘਰਾਂ 'ਚ ਕੋਈ ਐਂ ਜਾਵੇ ਨਾ। ਤੋ ਐਸਾ ਹੋਇਆ, ਉਸਨੇ ਜਦੋਂ ਜਵਾਬ ਦੇ ਦਿੱਤਾ ਨੌਕਰ ਨੇ, ਮੈਂ ਨਹੀਂ ਖਰਬੂਜਾ ਦੇਣਾ ਕੋਈ, ਅਤੇ ਫਰੀਦ ਜੀ ਗਾਂਹ ਚੱਲ ਗਏ। ਫਕੀਰ ਨੇ ਕਿਹੜਾ ਕੁਛ ਕਹਿਣਾ ਹੁੰਦਾ। ਇਤਨੇ ਨੂੰ ਐਸੀ ਦੇਵਨੇਤ ਹੋਈ ਸਾਧ ਸੰਗਤ ਜੀ, ਗਾਂਹ ਚੱਲ ਗਏ ਨੇ ਫਕੀਰ ਬਾਬਾ ਫਰੀਦ ਜੀ ਸਾਈਂ ਜੀ। ਉਤਨੇ ਨੂੰ ਜੋ ਖੇਤ ਦਾ ਜਿਹੜਾ ਰਾਖਾ, ਪਹਿਲਾਂ ਤਾਂ ਉਹਨੇ ਜਵਾਬ ਦਿੱਤਾ ਇਹਦਾ ਵੱਖਰਾ, ਅਤੇ ਇੱਕ ਮਾਲਕ ਜਦੋਂ ਆ ਗਿਆ ਨਾ, ਮਾਲਕ ਨੇ ਦੇਖਿਆ ਕਿ ਖਰਬੂਜੇ ਜਿਹੜੇ ਵੇਲਾਂ ਸੀ ਖਰਬੂਜੇ ਲੱਗੇ ਨਾ, ਸਾਰਿਆਂ ਨੂੰ ਸਿਰੀਆਂ ਲੱਗ ਗਈਆਂ, ਮਨੁੱਖਾਂ ਦੇ ਸਿਰ ਲੱਗੇ। ਉਹ ਘਬਰਾ ਗਿਆ ਵਿਚਾਰਾ, ਇਹ ਕੀ ਹੋਇਆ। ਨੌਕਰ ਨੂੰ ਪੁੱਛਿਆ ਹੋਇਆ ਕੀ ਹੋ ਗਿਆ ਭਲਿਆ, ਇਹ ਸਾਰੇ ਖੇਤ ਨੂੰ ਸਿਰੀਆਂ ਲੱਗੀਆਂ ਹੋਈਆਂ ਨੇ ਖਰਬੂਜਾ। ਇਹ ਤਾਂ ਹੈਰਾਨ ਹੋ ਗਿਆ, ਘਬਰਾ ਵੀ ਗਿਆ। ਨੌਕਰ ਨੂੰ ਪੁੱਛਣ ਲੱਗਾ, ਕਹਿੰਦਾ ਵੀ ਇੱਕ ਸਾਈਂ ਲੰਘਿਆ ਇੱਥੋਂ ਦੀ, ਮੇਰੇ ਤੋਂ ਖਰਬੂਜਾ ਮੰਗਿਆ ਸੀ, ਮੈਂ ਨਹੀਂ ਦਿੱਤਾ ਉਹਨੂੰ, ਪਤਾ ਨਹੀਂ ਉਹ ਫਿਰ ਉਹ ਕਹਿੰਦਾ ਵੀ ਆਪਣੇ ਮੂੰਹ 'ਚ ਕੁਛ ਬਚਨ ਕਰਦਾ ਜਾਂਦਾ ਜੀ, ਮੈਨੂੰ ਸੁਣਿਆ ਨਹੀਂ। ਆਮ ਕਹਿ ਦਿਓ ਉਹਨੇ ਸਿੱਧੀ ਬੋਲੀ ਜੀ, ਕਹਿੰਦਾ ਬੁੜ ਕਰਦਾ ਜਾਂਦਾ ਸੀ। ਕਹਿੰਦਾ ਗਿਆ ਕਿੱਧਰ ਨੂੰ, ਕਹਿੰਦਾ ਸਿੱਧਾ ਲੰਘ ਗਿਆ। ਉਸ ਖੇਤ ਦੇ ਮਾਲਕ ਨੇ ਸਾਧ ਸੰਗਤ ਜੀ ਮਗਰਾ ਕੀਤਾ ਵੀ ਕਿੱਧਰ ਗਿਆ ਫਕੀਰ ਹੋ।
ਮੰਗਰਾ ਕੀਤਾ, ਭੱਜਿਆ ਜਾਂਦਾ, ਦੌੜਿਆ ਜਾਂਦਾ। ਨਾਲ ਇਉਂ ਕੀਤਾ ਵੀ ਇੱਕ ਖਰਬੂਜਾ ਜੋ ਮੰਗਿਆ ਸੀ ਦਿੱਤਾ ਨਹੀਂ ਉਹਨੇ। ਉਥੇ ਮੰਡੀ 'ਚੋਂ ਖਰਬੂਜੇ ਕੁਛ ਲੈ ਲਏ, ਆਪਦੇ ਖਰਬੂਜੇ ਤਾਂ ਕੋਈ ਰਿਹਾ ਹੀ ਨਹੀਂ, ਉਹ ਸਾਰੀਆਂ ਸਿਰੀਆਂ ਬਣੀਆਂ ਪਈਆਂ ਨੇ, ਵੇਲਾਂ ਨੂੰ ਲੱਗੀਆਂ ਹੋਈਆਂ। ਮੰਡੀ 'ਚੋਂ ਕੁਛ ਖਰਬੂਜੇ 5-7 ਲੈ ਲਏ ਆ। ਫਕੀਰ ਜੀ ਦੇ ਮਗਰ ਦੌੜ ਗਿਆ, ਪਤਾ ਲੱਗਿਆ ਉਹ ਬੈਠਾ। ਜਾ ਕੇ ਮੱਥਾ ਟੇਕਿਆ, ਮਹਾਰਾਜ ਮੈਂ ਖੇਤ ਦਾ ਰਾਖਾ ਹਾਂ। ਆ ਵਾਹਿਗੁਰੂ ਖੇਤ ਦਾ ਮਾਲਕ ਹਾਂ, ਉਹ ਰਾਖਾ ਸੀ, ਉਹਨੇ ਬੜੀ ਭੁੱਲ ਕੀਤੀ। ਆਪ ਜੀ ਨੇ ਖਰਬੂਜਾ ਮੰਗਿਆ ਸੀ ਦਿੱਤਾ ਨਹੀਂ। ਉਹ ਤਾਂ ਮਹਾਰਾਜ ਫਕੀਰ ਸਾਈਂ ਜੀ ਸਾਰੀਆਂ ਸਿਰੀਆਂ ਲੱਗ ਬਣੀਆਂ ਪਈਆਂ ਨੇ, ਮਿਹਰ ਕਰੋ। ਮੈਂ ਤਾਂ ਗਰੀਬ ਹਾਂ, ਮਸਾਂ ਮਾਵਲੇ ਤੇ ਖੇਤੀ ਲਈ ਸੀ, ਮੈਂ ਕੀ ਦੇਵਾਂਗਾ, ਮੇਰੇ ਬੱਚੇ ਭੁੱਖੇ ਮਰ ਜਾਣਗੇ। ਉਹ ਜ਼ਿਮੀਂਦਾਰ ਵਿਚਾਰਾ ਲੇਲੜੀ ਕੱਢੀ। ਤੋ ਸਾਈਂ ਜੀ ਕਹਿੰਦੇ ਕੋਈ ਨਾ, ਚਾਹ ਰੱਬ ਤੇਰਾ ਭਲਾ ਕਰੇ। ਸਾਈਂ ਫਕੀਰ ਤਾਂ ਐਸੇ ਹੀ ਹੁੰਦੇ ਨੇ ਨਾ। ਉਹ ਕਹਿੰਦੇ ਜਾ ਤੇਰਾ ਭਲਾ ਕਰੇ। ਤੇ ਭਲਾ ਕਹਿਣ ਦੀ ਲੋੜ ਹੀ, ਸਾਰੇ ਜਿਹੜੀ ਉਹ ਸਿਰੀਆਂ ਸੀ ਖਰਬੂਜੇ ਬਣ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਕਹਿੰਦਾ ਜਾ ਕੋਈ ਨਾ। ਉਹ ਕਹਿੰਦਾ ਮੈਨੂੰ ਫਿਰ ਇਉਂ ਦੱਸੋ, ਕਹਿੰਦਾ ਜਾ ਖਰਬੂਜੇ ਬਣ ਜਾਣਗੇ। ਕਹਿੰਦਾ ਸਾਈਂ ਜੀ ਦੱਸੋ ਵੀ ਕਾਰਨ ਕੀ, ਇਹ ਕੀ ਕਾਰਨ ਹੋਇਆ? ਕਹਿੰਦਾ ਕਾਰਨ ਵੀ ਤੈਨੂੰ ਨਾ ਸਾਰੇ ਖਰਬੂਜੇ ਬਣੇ ਹੋਣਗੇ, ਤੇਰੇ ਜਾਂਦੇ ਨੂੰ ਇੱਕ ਸਿਰੀ ਰਹਿ ਜਾਵੇਗੀ, ਉਹ ਤੋਂ ਪੁੱਛ ਨਹੀਂ ਕਾਰਨ ਕੀ ਹੈ, ਜਾ। ਤੋ ਉਹ ਜ਼ਿਮੀਂਦਾਰ ਵਾਪਸ ਮੁੜਿਆ ਆ। ਫਿਰ ਜਾਂ ਦੇਖਿਆ ਸਾਰੇ ਖਰਬੂਜੇ, ਤੇ ਦਿਲ 'ਚ ਇੱਛਾ ਸੀ ਮੈਂ ਪੁੱਛਾਂ। ਉਹ ਸਿਰੀ ਭਾਲਣ ਲੱਗ ਗਏ, ਸਾਰੇ ਖੇਤ 'ਚੋਂ ਇੱਕ ਸਿਰੀ ਲੱਭੀ। ਤੇ ਉਹ ਸਿਰੀ ਨੂੰ ਜਦੋਂ ਪੁੱਛਿਆ ਨਾ, ਇਹ ਮੈਨੂੰ ਇਹ ਦੱਸੋ, ਸਾਈਂ ਜੀ ਦਾ ਹੁਕਮ ਹੈ ਵੀ ਜੋ ਸਿਰੀ ਇੱਕ ਦੱਸੇਗੀ ਤੂੰ ਮੈਨੂੰ ਦੱਸ ਵੀ ਇਹ ਸਿਰੀਆਂ ਕਿਵੇਂ ਬਣ ਗਈਆਂ ਸਨ, ਤੂੰ ਇੱਕ ਸਿਰੀ ਰਹਿ ਗਈ ਹੋ, ਕੀ ਕਾਰਨ ਹੈ? ਉਹ ਸਿਰੀ ਫਿਰ ਬੋਲ ਪਈ, ਕਹਿੰਦੀ ਆਪਣਾ ਸੰਬੰਧ ਕਈ ਯੁਗਾਂ ਦਾ, ਕਿਤੇ ਅਸੀਂ ਕਿਸਾਨ ਬਣ ਗਏ ਤੇ ਤੂੰ ਖੇਤੀ ਤੇ, ਕਦੇ ਅਸੀਂ ਖੇਤੀ ਤੇ। ਇਹ ਸਭ ਜੂਨਾਂ ਹੁੰਦੀਆਂ ਨੇ, ਸਭ ਜੂਨ ਹੈ। 84 ਲੱਖ ਦੇ ਵਿੱਚ ਇਹ ਵੀ ਇੱਕ ਜੂਨ ਹੈ। ਇਹ ਆਪਣਾ ਸੰਬੰਧ ਆਉਂਦਾ, ਲੈਣੇ ਦੇਣ ਦਾ ਸੰਬੰਧ ਆ। ਤੇ ਕਹਿੰਦੀ ਗੱਲ ਫਿਰ ਵੀ ਇਹ ਹੋਈ, ਤੁਸੀਂ ਬੜੀ ਮਾੜੀ ਗੱਲ ਕੀਤੀ। ਜੇ ਸਾਈਂ ਫਕੀਰ ਨੂੰ ਦੇ ਦਿੰਦੇ ਨਾ, ਤੇ ਸਾਡਾ ਹੋ ਜਾਣਾ ਸੀ ਉਧਾਰ, ਸਾਡੀ ਸਾਰਿਆਂ ਦੀ ਕਲਿਆਣ ਹੋ ਜਾਣਾ ਸੀ। ਇੱਕ ਖਰਬੂਜਾ ਸਾਈਂ ਫਕੀਰ ਜੀ ਨੇ ਛਕਣਾ ਸੀ, ਤੇ ਸਾਰਿਆਂ ਦੀ ਸਾਡੀ ਕਲਿਆਣ ਹੋ ਜਾਣੀ ਸੀ, ਨਾਲੇ ਤੇਰੀ ਕਲਿਆਣ ਹੋਣੀ ਸੀ। ਹੁਣ ਕਹਿੰਦੀ ਗੱਲ ਉੱਥੇ ਦੀ ਉੱਥੇ ਆ ਗਈ ਹੈ, ਕੁਛ ਉਧਾਰ ਹੋ ਗਿਆ ਤੇ ਕੁਛ ਨਹੀਂ। ਉੱਥੇ ਸ਼ਲੋਕ ਫਿਰ ਉਚਾਰਨ ਕੀਤਾ ਸਤ ਸਿੰਘ ਜੀ ਫਰੀਦ ਜੀ ਨੇ, ਫਰੀਜਾ ਦਰ ਵੇਸੀ ਗਾਖੜੀ। ਇੱਕ ਆਉਂਦਿਆਂ ਆਉਂਦਿਆਂ ਵਿਚਾਰ ਵੀ ਆਇਆ, ਆਉਂਦਿਆਂ ਆਉਂਦਿਆਂ ਵਿਚਾਰ ਇਹ ਆਇਆ ਇਸ ਗੱਲ ਦਾ ਵੀ ਕਾਹਦਾ ਫਕੀਰ ਬਣਿਆ ਵੀ ਤੂੰ, ਦਰ ਦਰਵੇਸ਼ੀ, ਤੂੰ ਦਰਵੇਸ਼ ਦਾ, ਉਹਦੇ ਦਰ ਦਾ ਜੋ ਦਰਵੇਸ਼ੀ ਧਾਰਨ ਕੀਤੀ ਫਕੀਰੀ, ਇਹ ਕਾਹਦੀ ਫਕੀਰੀ ਤੇਰੀ? ਤੂੰ ਅੱਜ ਇੱਕ ਖਰਬੂਜਾ ਮੰਗਿਆ, ਤੈਨੂੰ ਮਿਲਿਆ ਕੋਈ ਨਹੀਂ, ਇਸ ਕਰਕੇ ਤੂੰ ਆਪ ਹੀ ਫਿਰ ਖੇਤੀ ਕਰ ਲੈਂਦਾ। ਤੂੰ ਫਕੀਰੀ ਧਾਰਨ ਹੀ ਨਾ ਕਰਦਾ, ਆਪਣੇ ਮਨ ਨਾਲ ਗੱਲਾਂ ਕਰਦੇ ਨੇ, ਮਨ ਨਾਲ ਇਹ ਗੱਲਾਂ ਕਰਦੇ ਆ। ਫਰੀਦ ਜੀ ਕਹਿੰਦੇ ਇਹ ਮਨਾ, ਤੂੰ ਆਪ ਹੀ ਖੇਤੀ ਕਰ ਲੈਂਦਾ, ਨਾਲੇ ਕੋਈ ਫਕੀਰ ਲੋਕ ਆਉਂਦੇ, ਸੰਤ ਲੋਕ ਆਉਂਦੇ, ਉਹਨਾਂ ਦੀ ਵੀ ਸੇਵਾ ਕਰ ਲੈਂਦਾ ਤੂੰ। ਇਹ ਸੰਕਲਪ ਕਰਦੇ ਜਾਂਦੇ ਨੇ ਫਰੀਦ ਸਾਹਿਬ ਜੀ। ਤੇ ਫਿਰ ਮਨ ਵਿੱਚ ਉਹ ਭੈ ਜਾ ਵੀ ਹੋ ਗਿਆ। ਕਹਿੰਦੇ ਵਾਹ ਬਈ ਵਾਹ, ਇਹ ਮਨਾ ਪਹਿਲਾਂ ਤਾਂ ਇਹ ਕਿਹਾ ਵੀ ਇਹ ਮਨਾ ਤੂੰ ਜੇ ਖੇਤੀ ਕਰ ਲੈਂਦਾ, ਘਰ ਬਾਰੀ ਹੁੰਦਾ, ਤੇ ਤੂੰ ਨਾਲੇ ਆਪ ਖਰਬੂਜੇ ਮੰਗ ਕਿਹੜੀ ਤੇਰੀ ਫਕੀਰੀ ਹੈ, ਤੇਰੇ ਦਾ ਕੋਈ ਖਰਬੂਜਾ ਵੀ ਨਹੀਂ ਮੰਗਿਆ ਦਿੰਦਾ। ਇਹ ਗੱਲਾਂ ਕਰਦੇ ਕਰਦੇ ਫਿਰ ਸੰਕਲਪ ਵੀ ਆ ਗਿਆ। ਕਹਿੰਦਾ ਹੋ ਫਕੀਰੀ ਧਾਰਨ ਕੀਤੀ, ਫਿਰ ਡੋਲ ਗਿਆ। ਉੱਥੇ ਸ਼ਲੋਕ ਸ਼ਬਦ ਉਚਾਰਨ ਕੀਤਾ, ਫਰੀਦਾਰ ਦਰ ਦਰਵੇਸ਼ੀ ਗਾਖੜੀ। ਇਹ ਫਰੀਦ ਜੀ, ਉਸ ਸਾਈਂ ਦੇ ਦਰ ਦੀ ਜਿਹੜੀ ਦਰਵੇਸ਼ੀ ਆ, ਫਕੀਰੀ ਆ, ਇਹ ਬੜੀ ਕਠਿਨ ਹੈ। ਚੱਲਾ ਦੁਨੀਆ ਭਤ। ਉਹ ਕਹਿੰਦਾ ਭਲਿਆ ਤੂੰ ਫਕੀਰ ਸੀ, ਤੇ ਫਿਰ ਸੰਕਲਪ ਆ ਗਿਆ ਮੈਂ ਗ੍ਰਸਤੀ ਬਣ ਜਾਂਦਾ, ਮੈਂ ਖੇਤੀ ਲੈ ਲੈਂਦਾ। ਤੂੰ ਤਾਂ ਦੁਨੀਆ ਭੱਤ, ਦੁਨੀਆ ਵਾਂਗ ਹੀ ਚੱਲਣ ਲੱਗ ਗਿਆ ਹੈ। ਬੰਨ ਉਠਾਈ ਪੂਟਲੀ, ਕਿੱਥੈ ਵਈਆਂ ਘੱਤ। ਓਹੋ, ਇਹ ਸੰਕਲਪਾਂ ਦੀ ਪੋਟਲੀ ਤੂੰ ਬੰਨ ਲਈ
ਬਣਾਈ ਹੈ ਤੇ ਕਿੱਥੇ ਵਈਆਂ, ਕਿੱਥੇ ਜਾ ਕੇ ਸਿੱਟੇਗਾ, ਕਿੱਥੇ ਇਹ ਖਿਆਲ ਜਿਹੜੇ ਲਏ ਆ ਕਿੱਥੇ ਜਾ ਕੇ ਨਿਬੜਨੇ, ਕਿੱਥੇ ਬੰਨ ਉਠਾਈ ਪੋਟਲੀ। ਇਹ ਪੋਟਲੀ ਜਿਹੜੀ ਸੰਕਲਪ ਕਲਪ ਜਿਹੜੇ ਨੇ ਫਕੀਰੀ ਛੱਡ ਕੇ ਮੈਂ ਗ੍ਰਸਤੀ ਬਣ ਜਾਵਾਂ, ਇਹ ਖਿਆਲ ਮਨ ਚ ਆ ਗਏ ਨੇ, ਇਹ ਤੂੰ ਪੋਟਲੀ ਖਿਆਲਾਂ ਦੀ ਭੰਨੀ ਫਿਰਦਾ, ਕਿੱਥੇ ਵਈਆਂ, ਕਿੱਥੇ ਜਾ ਕੇ ਘੱਤ ਸੁੱਟੇਗਾ। ਕਿਜ ਨਾ ਬੁੱਝੈ ਕਿਜ ਨਾ ਸੁਝੈ ਦੁਨੀਆ ਗੁੱਜੀ ਪਾਹੇ। ਦੁਨੀਆ ਦੀ ਗੱਲ ਕਰਦੇ ਨੇ, ਇਹ ਦੁਨੀਆ ਦੇ ਲੋਕ ਨੇ ਨਾ, ਕਿਜ ਨਾ ਬੁੱਝੈ, ਕੁਛ ਬੁੱਝਦੇ ਨਹੀਂ ਹੈ। ਸੰਸਾਰੀ ਲੋਕ ਗਿਆਨ ਤੋਂ ਹੀਣੇ ਨੇ। ਕਿਜ ਨਾ ਸੁਝੈ, ਨਾ ਇੱਥੇ ਕੁਛ ਗਿਆਨ ਬੋਧ ਪ੍ਰਾਪਤ ਕਰਦੇ ਨੇ। ਈਰਖਾ ਦਵੈ ਨਿੰਦਾ ਚੁਗਲੀ ਇਹਦੇ ਵਿੱਚ ਲੱਗੇ ਨੇ। ਕਿਜ ਨਾ ਬੁੱਝੈ, ਬੁੱਝਦੇ ਨਹੀਂ ਕੁਛ, ਗਿਆਨ ਗਵਾ ਬੈਠੇ ਨੇ, ਦੁਨੀਆ ਵਿੱਚ ਖਚਤ ਹੋਏ ਨੇ। ਰੱਬ ਦਾ ਜੋ ਰਸਤਾ ਹੈ ਉਹਨੂੰ ਬੁੱਝਦੇ ਨਹੀਂ ਹਨ। ਕਿਜ ਨਾ ਬੁੱਝੈ, ਕੁਛ ਬੁੱਝਦੇ ਨਹੀਂ। ਸੰਤ ਸਾਈਂ ਫਕੀਰ ਮਹਾਂਪੁਰਸ਼ ਵਿਦਵਾਨ ਸੱਜਣ ਦੱਸਣ ਆਉਂਦੇ ਨੇ, ਪਰ ਲੋਕ ਸੰਸਾਰੀ ਜਿਹੜੇ ਕਿਜ ਨਾ ਬੁੱਝੇ। ਤੂੰ ਇਸ ਸੰਸਾਰ ਵਿੱਚ ਕਹਿੰਦਾ ਮੈਂ ਕਿਤੇ ਖੇਤੀ ਕਰ ਲੈਂਦਾ, ਨਾ ਨਾ, ਇਹ ਫਕੀਰੀ ਗਾਖੜੀ ਚੰਗੀ ਹੈ। ਇਹ ਤਾਂ ਐਸੇ ਲੋਕ ਨੇ, ਇਹਨਾਂ ਨੂੰ ਕੁਝ ਬੋਧ ਹੀ ਨਹੀਂ ਹੈ। ਸੰਸਾਰੀ ਲੋਕ ਐਸੇ ਨੇ। ਕਹਿੰਦਾ ਫਕੀਰ ਸਾਹਿਬ ਜੀ ਸੰਸਾਰ ਤੋਂ ਲੈਦੇ ਸਨ। ਕਿਜ ਨਾ ਸੁਝੈ, ਕੋਈ ਸੋਝੀ ਨਹੀਂ ਅਗਲੇ ਪ੍ਰਲੋਕ ਦੀ। ਦੁਨੀਆ ਗੁੱਜੀ ਪਾਏ, ਇਹ ਦੁਨੀਆ ਸਾਰੀ ਗੁੱਜੀ ਪਾਏ, ਗੋਜ ਗੋਜ ਵਿੱਚ ਅੰਦਰ ਅੰਦਰ ਸੜ ਰਹੀ ਹੈ। ਸਾਈਂ ਮੇਰਾ ਚੰਗਾ ਕੀਤਾ। ਫਿਰ ਉਹ ਸੰਕਲਪ ਜੋ ਆ ਗਿਆ, ਕਹਿੰਦਾ ਮੇਰੇ ਸਾਈਂ ਨੇ, ਮੇਰੇ ਅੱਲਾ ਨੇ, ਮੇਰੇ ਮੌਲਾ ਨੇ, ਮੇਰੇ ਪਰਮੇਸ਼ਰ ਨੇ, ਮੇਰੇ ਗੋਡ ਨੇ, ਮੇਰੇ ਵਾਹਿਗੁਰੂ ਨੇ ਚੰਗਾ ਕੀਤਾ। ਨਾਹੀ ਤਾਂ ਹੰ ਪੀ ਦੱਜਾਂ ਆਹੇ। ਜੇ ਮੈਂ ਫਕੀਰ ਨਾ ਹੁੰਦਾ, ਇਹ ਫਕੀਰੀ ਵੇਸ਼ ਨਾ ਧਾਰਨ ਕੀਤਾ ਹੁੰਦਾ, ਲੋਕਾਂ ਦੇ ਨਾਲ ਹੀ ਹੁੰਦਾ ਸੰਸਾਰੀਆਂ ਵਾਂਗ, ਇਹ ਜੋ ਗੁੱਜੀ ਭਾਏ ਜਲ ਲਈ ਨਾ ਦੁਨੀਆ, ਤੇ ਮੈਂ ਵੀ ਇਹਦੇ ਵਿੱਚ ਤ੍ਰਿਸ਼ਨਾ ਦੀ ਅਗਨ ਵਿੱਚ ਹੀ ਜਲਣਾ ਸੀ। ਤੂੰ ਵੀ ਹੇ ਸਾਈਂ ਜੀ ਆਪਣੇ ਮਨ ਨੂੰ ਫਰੀਦ ਸਾਹਿਬ ਜੀ ਇਸ ਪ੍ਰਕਾਰ ਸੰਬੋਧਨ ਕਰਕੇ ਸ਼ਲੋਕ ਉਚਾਰਨ ਕਰ ਰਹੇ ਹਨ ਵੀ ਦੁਨੀਆ ਤਾਂ ਇਹ ਜਿਹੜੀ ਹੈ ਕਿ ਜਿਹਨਾਂ ਬੁੱਝੇ, ਕੁਛ ਬੁੱਝਦੀ ਨਹੀਂ, ਗਿਆਨ ਨਹੀਂ ਹੈ, ਬੋਧ ਨਹੀਂ ਹੈ, ਰੱਬ ਦਾ ਖਿਆਲ ਨਹੀਂ, ਨਾ ਕੋਈ ਸੁੱਝ ਹੈ, ਅਗਲੇ ਪ੍ਰਲੋਕ ਦੀ ਸੋਝੀ ਹੈ। ਇਹ ਤਾਂ ਗੁੱਝੀ ਗੁੱਝੀ ਜਾਲੀ ਰਹੀ, ਜਿਵੇਂ ਘੁਣਾ ਲੱਗਾ ਹੁੰਦਾ ਨਾ, ਗੁੱਝਾ ਲੱਗਦਾ ਘੁਣਾ ਤੇ ਮਿੱਟੀ ਬਣ ਜਾਂਦੀ। ਇਸ ਪ੍ਰਕਾਰ ਸੰਸਾਰ ਦਾ ਕੰਮ ਹੈ। ਸਾਈਂ ਮੇਰਾ ਚੰਗਾ ਕੀਤਾ, ਮੇਰੇ ਸਾਈਂ ਨੇ, ਮੇਰੇ ਪਰਮੇਸ਼ਰ ਨੇ, ਖੁਦਾ ਨੇ ਇਹ ਚੰਗਾ ਕੀਤਾ ਹੈ। ਮੈਨੂੰ ਫਕੀਰੀ ਵੇਸ਼ ਦੇ ਦਿੱਤਾ, ਭਾਵ ਕਿ ਕਹਿ ਦਈਏ ਸਿੱਧੇ ਲਫ਼ਜ਼ ਮੇਰਾ ਧਾਰਮਿਕ ਜੀਵਨ ਬਣਾ ਦਿੱਤਾ। ਨਹੀਂ ਤਾਂ ਹਮ ਵੀ, ਮੈਂ ਵੀ, ਦੱਜਾਂ ਇਹਨਾਂ ਦੇ ਨਾਲ ਹੀ ਜਿਹੜੀ ਤ੍ਰਿਸ਼ਨਾ ਦੀ ਅੱਗ ਵਿੱਚ ਜਲ ਜਾਣਾ ਸੀ। ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ। ਸਾਧ ਸੰਗਤ ਜੀ ਦੀ ਉਥਾਨਕਾ ਹੈ, ਇਹ ਵੀ ਹਰੇਕ ਸ਼ਲੋਕ ਦੀ ਉਥਾਨਕਾ ਹੈ। ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ, ਇਹ ਤਿਲ ਥੋੜੇ ਨੇ, ਸੰਭਲ ਕੇ ਬੁੱਕ ਭਰ। ਇੱਕ ਰਾਜਾ ਸੀ ਸਾਧ ਸੰਗਤ ਜੀ, ਉਹਦੇ ਰਾਜ ਕਾਲ ਦੇ ਸਮੇਂ ਕਾਲ ਪੈ ਗਿਆ। ਇੱਕ ਸਮੇਂ ਕਾਲ ਪੈ ਗਿਆ ਤੇ ਕੋਈ ਪਰਉਪਕਾਰੀ ਧਨੀ ਲੋਕ ਸੀ ਧਨਾੜ, ਉਹ ਕਾਲ ਦੇ ਸਮੇਂ ਉਹਨੇ ਕੀਤਾ, ਉਹਨੇ ਅਨਾਜ ਦੀਆਂ ਜਿਹੜੀਆਂ ਕੋਠੀਆਂ ਸਾਰੀਆਂ ਵੰਡਣੀਆਂ ਸ਼ੁਰੂ ਕਰਤਾ। ਅਨਾਜ ਬੇਪਰਵਾਹੀ ਨਾਲ ਵੰਡੀ ਤੁਰਿਆ ਜਾਂਦਾ, ਚੱਕ ਲਓ, ਦਹੀਂ ਤੁਰਿਆ ਜਾਂਦਾ, ਬੋਰੀਆਂ 2 ਬੋਰੀਆਂ ਲੋਕ ਲਈ ਜਾਂਦੇ ਲਾਲਚ ਨਾਲ ਵੱਧ। ਉਹ ਸਾਰੀਆਂ ਅਨਾਜ ਦੀਆਂ ਕੋਠੀਆਂ ਮੁੱਕ ਗਈਆਂ, ਗੋਦਾਮ ਕਹਿ ਲਓ। ਇੱਕ ਕੋਠੀ ਵਿੱਚ ਤਿਲ ਸਨ, ਤਿਲ ਤੇ ਤਿਲ ਵੀ ਵਰਤਾਉਣੇ ਸ਼ੁਰੂ ਕਰਤੇ, ਉਹ ਵੀ ਮੁੱਕ ਗਏ ਨੇ। ਉਹਦੇ ਪਰਥਾਏ ਫਰੀਦ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਹੈ। ਆ ਜਿਹੜਾ ਸ਼ਲੋਕ ਆ ਕਿਹੜਾ, ਫਰੀਦਾ ਜੇ ਜਾਣਾ ਤਿਲ ਥੋੜੜੇ, ਇਹ ਸਾਸੇ ਤਿਲ ਵੀ ਮੁੱਕ ਗਏ ਨਾ ਜਦੋਂ, ਤੇ ਫਰੀਦ ਸਾਹਿਬ ਨੇ ਉਸ ਦੀ ਸ਼ਾਹੂਕਾਰ ਦੀ ਦਲੇਰੀ ਨੂੰ ਵੇਖ ਕੇ ਆਪਣੇ ਤੇ ਢਾਲ ਕੇ ਸ਼ਬਦ ਉਚਾਰਨ ਕੀਤਾ, ਜੇ ਜਾਣਾ ਤਿਲ ਥੋੜੜੇ। ਕਹਿੰਦਾ ਹੈ ਸਾਈਂ
ਹੇ ਸ਼ਾਹੂਕਾਰ, ਸਾਈਂ ਜੀ ਕਹਿ ਰਹੇ ਨੇ, ਇਹ ਤੈਨੂੰ ਪਤਾ ਹੈ ਤੂੰ ਬੇਪਰਵਾਹੀ ਨਾਲ ਅਨਾਜ ਵੀ ਵੰਡ ਦਿੱਤਾ ਹੈ, ਆ ਤਿਲ ਵੀ ਵੰਡ ਦਿੱਤੇ ਨੇ, ਤੇ ਤੂੰ ਖਾਲੀ ਹੋ ਗਿਆ ਹੈ। ਅਤੇ ਸੰਭਲ ਸੰਭਲ ਕੇ ਭੁੱਖ ਭਰਨਾ ਸੀ, ਸਾਰਿਆਂ ਨੂੰ ਤਰਤੀਬ ਨਾਲ ਦੇਣਾ ਸੀ। ਇਹ ਅਨਾਜ ਸਾਰਿਆਂ ਨੂੰ ਤਰਤੀਬ ਨਾਲ ਵੰਡਦਾ, ਇਹ ਸਾਰਿਆਂ ਨੂੰ ਆ ਜਾਂਦਾ, ਤੂੰ ਪਛਤਾਉਂਦਾ ਵੀ ਹੁਣ ਸਾਰੇ ਗਵਾ ਬੈਠਾ ਹੈ। ਅਤੇ ਇਹਦਾ ਇੱਕ ਅੰਦਰੂਨੀ ਅਰਥ ਇਹ ਹੈ ਵੀ ਜੇ ਜਾਣਾ ਤਿਲ ਥੋੜੜੇ। ਇਹ ਭਾਈ, ਇਹ ਜਾਣ ਵੀ ਸਵਾਸਾਂ ਦੀ ਪੂੰਜੀ ਤੇਰੇ 'ਚ ਗਿਣ ਕੇ ਪਾਈ ਹੈ। ਤੂੰ ਐਵੇਂ ਹੀ ਵਿਕਾਰਾਂ ਵਿੱਚ ਜਾਂ ਸੰਸਾਰ ਦੇ ਧੁੰਦਿਆਂ ਵਿੱਚ ਹੀ ਲੱਗ ਕਰਕੇ ਇਹਨੂੰ ਗਵਾ ਨਾ ਲੈ। ਦੌੜ ਭੱਜ ਕਰਕੇ ਕਾਹਲੇ ਕਾਹਲੇ ਸਵਾਸ ਲੈਂਦਾ। ਇਹ ਤਿਲ ਥੋੜ੍ਹੇ ਨੇ, ਸਵਾਸ ਗਿਣ ਕੇ ਪਾਏ ਹੋਏ ਨੇ, ਬੜੇ ਕੀਮਤੀ ਹਨ। ਸੰਭਲ ਬੁੱਕ ਭਰੀ, ਸੰਭਲ ਸੰਭਲ ਕੇ, ਸੰਭਾਲ ਕੇ ਇਹਨਾਂ ਨੂੰ ਵਰਤ। ਇਹ ਬੜੇ ਕੀਮਤੀ ਸਵਾਸ ਨੇ। ਇਹਨਾਂ ਦੇ ਵਿੱਚ ਨਾਮ ਜਪਣਾ ਕਰ, ਸ਼ੁਭ ਕਰਮ ਕਰ। ਜਿਹਨੇ ਤੇਰੇ ਸਵਾਸ ਹੋਣੇ ਨਾ, ਕਿਤੇ ਐਵੇਂ ਬੇਪਰਵਾਹੀ ਨਾਲ ਜਿਵੇਂ ਧਨ ਲੁਟਾਤਾ ਪਾਣੀ, ਇਹਨੇ ਤਿਲ ਵੀ ਲੁਟਾ ਦਿੱਤੇ ਨੇ, ਇਸੇ ਪ੍ਰਕਾਰ ਹੇ ਪ੍ਰਾਣੀ, ਹੇ ਭਾਈ, ਹੇ ਜੀਵ, ਤੂੰ ਇਹ ਬੇਪਰਵਾਹੀ ਨਾਲ ਐਵੇਂ ਨਾ ਸਵਾਸਾਂ ਨੂੰ ਗਵਾ ਦੇਵੀਂ। ਸੰਭਲ ਬੁੱਕ ਭਰੀ, ਸੰਭਾਲ ਕੇ ਸਵਾਸ ਲੈ। ਜਿਵੇਂ ਸਾਧ ਸੰਗਤ ਜੀ ਪਵਿੱਤਰ ਬਾਣੀ ਦਾ ਫਰਮਾਨਾ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਵਾਸ ਜੋ ਕਾਰਜ ਵੀ ਕਰਨੇ ਨੇ, ਸਿਮਰਨ ਕਰ। ਸੰਭਲ ਬੁੱਕ ਭਰੀ, ਸੰਭਾਲ ਕੇ ਸਵਾਸਾਂ ਨੂੰ ਲੈਣਾ ਕਰ। ਜੇ ਜਾਣਾ ਸੋ ਨੰਦੜਾ, ਤਾਂ ਥੋੜਾ ਮਾਣ ਕਰੀ। ਇਹ ਜਾਣਾ ਤੂੰ ਪਰਮੇਸ਼ਰ ਨੂੰ ਜਾਣਦਾ, ਮੇਰਾ ਨੰਦੜਾ ਪਰਮੇਸ਼ਰ ਹੈ। ਨੰਦੜਾ ਤੋਂ ਭਾਵ ਆ ਮੇਰਾ ਬੜਾ ਪਿਆਰਾ ਪਰਮੇਸ਼ਰ ਹੈ। ਜੇ ਜਾਣਾ ਸੋ ਨੰਦੜਾ, ਤਾਂ ਥੋੜਾ ਮਾਣ ਕਰੀ। ਮਾਣ ਵੀ ਥੋੜਾ ਕਰਾਏ ਨਾ, ਉਹਦੇ ਖੁਸ਼ੀ ਵਿੱਚ ਹੀ ਸਾਰਾ ਕੁਛ, ਮਾਣ ਵੀ ਸਾਰਾ ਗਵਾ ਬੈਠੇ। ਕਿ ਮਾਣ ਦੇ ਨਾਲ ਬਹੁਤ ਸਾਰਾ ਸਾਧ ਸੰਗਤ ਨੁਕਸਾਨ ਹੁੰਦਾ। ਮਾਣ ਕਰ ਲਈਏ। ਮਾਣ ਵੀ ਦੋ ਪ੍ਰਕਾਰ ਦਾ ਹੁੰਦਾ। ਇੱਕ ਤਾਂ ਮਾਣ ਆ ਵੀ ਸਾਡਾ ਗੁਰੂ ਬਹੁਤ ਵੱਡਾ, ਇਹ ਮਾਣ ਆ, ਚਾਅ ਵਾਲਾ ਮਾਣ ਹੈ। ਇੱਕ ਮਾਣ ਜੋ ਗੁਮਾਨ ਦੇ ਵਿੱਚ ਬਦਲ ਜਾਵੇ ਨਾ, ਵੀ ਸਾਡੇ ਵਰਗਾ ਹੈ ਹੀ ਕੋਈ ਨਹੀਂ, ਉੱਥੇ ਫਿਰ ਘਾਟੇ ਵਾਲੀ ਗੱਲ ਹੁੰਦੀ ਹੈ। ਜੇ ਜਾਣਾ ਸੋ ਨੰਦੜਾ, ਜੇ ਤੇਰਾ ਸੌ ਪਰਮੇਸ਼ਰ ਨੰਦੜਾ ਹੈ, ਐਸਾ ਹੈ, ਖੁਸ਼ਦਿਲ ਹੈ, ਬਖਸ਼ਣੇ ਵਾਲਾ ਹੈ, ਤਾਂ ਮਾਣ ਥੋੜਾ ਮਾਣ ਕਰੀ। ਮਾਣ ਨਾ ਬਹੁਤਾ ਕਰੀ। ਐਸਾ ਮਾਣ ਹੋਵੇ ਜਿਹੜਾ ਤੇਰੀ ਕਲਿਆਣ ਕਰਨੇ ਵਾਲਾ ਹੋਵੇ, ਹੋਰਨਾਂ ਦਾ ਵੀ ਉਧਾਰ ਕਰਨੇ ਵਾਲਾ ਹੋਵੇ। ਜੇ ਜਾਣਾ ਲੜ ਛੱਜਣਾ, ਪੀੜੀ ਪਾਈ ਗੰਢ। ਹੇ ਭਾਈ, ਹੇ ਪ੍ਰਾਣੀ, ਹੇ ਜੀਵ, ਜੇ ਜਾਣਾ ਲੜ ਛਿੱਜਣਾ, ਇਹ ਗੰਢ ਨੇ ਖੁੱਲ੍ਹ ਜਾਣਾ ਹੈ। ਤਾਂ ਪੀੜੀ ਗੰਢ ਘੁੱਟ ਕੇ ਦੇਣੀ ਸੀ। ਉਥਾਨ ਕਹੇ ਦੀ ਮੇਰੇ ਸਾਧ ਸੰਗਤ ਜੀ, ਇੱਕ ਕੋਈ ਮਨੁੱਖ ਸੀ ਅਤੇ ਉਹਨੂੰ ਕਿਤੋਂ ਲਾਲ ਲੱਭ ਗਿਆ। ਲਾਲ ਲੱਭ ਗਿਆ। ਉਹਨੇ ਲਾਲ ਨਾਲ ਥੋੜ੍ਹਾ ਜਿਹਾ ਪੱਲੇ ਬੰਨ੍ਹ ਲਿਆ ਆਪਣੇ, ਪੋਲੀ ਜੀ ਗੰਢ ਦਿੱਤੀ ਅਤੇ ਪਿੱਛੇ ਸਿੱਟਿਆ ਪਰਨਾ। ਇੱਦਾਂ ਭੱਜਿਆ ਆਉਂਦਾ ਗੰਢ ਸੀ ਕਿ ਕਿਤੇ ਮਲਕੜੇ ਜਿਹੇ ਪੋਲੀ ਜੀ ਗੰਢ ਦਿੱਤੀ, ਉਹ ਗੰਢ ਗਈ ਖੁੱਲ੍ਹ। ਬੜਾ ਪਛਤਾਉਂਦਾ। ਉਹ ਪਛਤਾਵੇ ਕਾਰਨ ਅੱਗੇ ਫਰੀਦ ਜੀ ਕੋਲ ਆ ਗਿਆ ਹੈ, ਮੱਥਾ ਟੇਕਿਆ। ਸਾਈਂ ਜੀ ਕਿਰਪਾਲਤਾ ਕਰੋ, ਤੁਸੀਂ ਮਹਾਂਪੁਰਸ਼ ਅੰਤਰਜਾਮੀ ਤ੍ਰਿਕਾਲਦਰਸ਼ੀ ਹੁੰਦੇ ਹੋ, ਮੇਰਾ ਗਵਾਚ ਗਿਆ ਲਾਲ, ਅਤੇ ਤੁਸੀਂ ਮੈਨੂੰ ਦੱਸੋ ਆਪਦੇ, ਜਿਵੇਂ ਆਪਾਂ ਪੁੱਛ ਲੈਂਦੇ ਹਾਂ ਵੀ ਜੰਤਰੀ ਲਾ ਕੇ ਜਾਂ ਕੋਈ ਅੰਤਰਜਾਮਤਾ ਨਾਲ ਮੈਨੂੰ ਦੱਸੋ ਮੇਰਾ ਲਾਲ ਕਿੱਥੇ ਗੁਆਚਿਆ। ਇਹਨਾਂ ਲੋਕਾਂ ਦੀਆਂ ਗੱਲਾਂ ਹੀ ਭੁੱਲ ਗਈਆਂ ਹੁੰਦੀਆਂ ਨੇ। ਉਹ ਸਾਈਂ ਜੀ ਨੂੰ ਪੁੱਛ ਲਿਆ, ਸਾਈਂ ਭਲਾ ਵਿਚਾਰੇ ਜੋਤਸ਼ੀ ਨੇ ਨਾ, ਸਾਈਂ ਲੋਕ ਐਸਾ ਕੋਈ ਬਚਨ ਹੀ ਕਰਦੇ ਹੁੰਦੇ ਨੇ। ਕਹਿੰਦਾ ਮੈਨੂੰ ਮੇਰਾ ਲਾਲ ਗਵਾਚ ਗਿਆ, ਦੱਸੋ ਕਿੱਥੇ। ਸਾਈਂ ਜੀ ਕਹਿਣ ਲੱਗੇ, ਉਹ ਭਲਿਆ ਮਾਨਸਾ, ਤੂੰ ਲਾਲ ਗਵਾ ਆਇਆ, ਤੈਨੂੰ ਪਤਾ ਨਹੀਂ ਸੀ, ਤੂੰ ਗੰਢ ਘੁੱਟ ਕੇ ਦੇਣੀ ਸੀ। ਜੇ ਜਾਣਾ ਲੜ ਛਿੱਝਣਾ, ਜੇ ਜਾਣਾ ਤੈਨੂੰ ਪਤਾ ਹੈ ਪੱਲੇ ਨੇ ਖੁੱਲ੍ਹ ਜਾਣਾ ਹੈ,
ਤੇ ਪੀੜੀ ਪਾਈ ਗੰਢ, ਪੀੜੀ ਕੱਸ ਕੇ ਗੰਢ ਦੇ ਲੈਣੀ ਸੀ ਤੂੰ। ਇਹਦੇ ਫਿਰ ਬਾਰੇ ਹੋਰ ਅੰਦਰੂਨੀ ਅਰਥ ਇਹ ਹੈ, ਜੇ ਜਾਣਾ ਲੜ ਛਿਜਣਾ, ਇਹ ਸਾਡਾ ਪੱਲਾ ਖੁੱਲ੍ਹ ਜਾਣਾ ਇੱਕ ਦਿਨ। ਜੋ ਰੱਬ ਨਾਲ ਦਰਵੇਸ਼ੀ ਗਾਖੜੀ ਕਮਾਉਣੀ ਚਾਹੁੰਦੇ ਹੋ, ਉਹਦੀ ਫਕੀਰੀ ਜਿਉਂਦਾ ਵੇਸ਼ ਧਾਰਨ ਕੀਤਾ, ਉਹਦੇ ਨਾਲ ਸੰਬੰਧ ਆ ਪਰਮੇਸ਼ਰ ਨਾਲ ਰੱਖਦੇ, ਇਹਨੂੰ ਘੁੱਟ ਕੇ ਗੰਢ ਦੇ ਲਓ, ਢਿੱਲੀ ਨਾ ਪੈ ਜਾਵੇ ਕਿਤੇ। ਨਿਤਨੇਮ, ਰਹਿਤ, ਮੱਥਾ ਟੇਕਣਾ, ਪ੍ਰਕਰਮਾ ਕਰਨੀ, ਸੇਵਾ ਕਰਨੀ, ਇਹ ਪੀੜੀ ਗੰਢ ਹੈ। ਅਤੇ ਨਾਲ ਨਾਲ ਇਹ ਅਰਦਾਸ ਕਰਨੀ, ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰੋ, ਆਪਦੇ ਦਰ ਦੀ ਸੇਵਾ ਕੀਤੀ ਹੈ, ਹੋਰ ਸੇਵਾ ਦੀ ਬਖਸ਼ਿਸ਼ ਕਰੋ। ਸੇਵਾ ਕਰਕੇ ਕਹਿਣਾ ਮਹਾਰਾਜ ਸੇਵਾ ਕੀਤੀ ਹੈ। ਸੇਵਾ ਕਰਦਿਆਂ ਬਹੁਤ ਗਲਤੀਆਂ ਹੋਈਆਂ ਨੇ, ਇਹ ਵੀ ਨਾਲ ਕਹਿਣਾ। ਪੀੜੀ ਗੰਢ ਦੇ ਸਾਧ ਸੰਗਤ ਜੀ ਉਹਦੇ ਸੰਬੰਧ ਹੀ ਨੇ। ਸੇਵਾ ਕਰਕੇ ਬਹੁਤਾ ਮਾਣ ਨਹੀਂ ਕਰਨਾ, ਨਹੀਂ ਫਿਰ ਵੀ ਨਿਮਾਣੇ ਹੋ ਕੇ ਅਰਦਾਸ ਕਰਨੀ ਹੈ। ਮਹਾਰਾਜ ਇਹ ਗੰਢ ਪਾਉਣੀ ਹੁੰਦੀ ਵੀ ਮਹਾਰਾਜ ਪੀੜੀ ਗੰਢ ਦੇ ਘੁੱਟ ਕੇ, ਤੇਰੇ ਨਾਲੋਂ ਕਦੇ ਪ੍ਰੇਮ ਵਾਲੀ ਪ੍ਰੀਤੀ ਵਾਲੀ ਗੰਢ ਖੁੱਲ੍ਹ ਨਾ ਜਾਵੇ। ਇਹ ਜੇ ਜਾਣਾ ਲੜ ਛਿਜਣਾ, ਪਤਾ ਵੀ ਇੱਕ ਦਿਨ ਲੜਨੇ ਖੁੱਲ੍ਹ ਜਾਣਾ, ਸਵਾਸ ਸਾਰੇ ਮੁੱਕ ਜਾਣੇ ਨੇ, ਅਤੇ ਪੀੜੀ ਗੰਢ ਪਰਮੇਸ਼ਰ ਨਾਲ ਪਾਉਣਾ ਕਰੀਏ, ਜਿਸ ਕਰਕੇ ਸਾਡੇ ਸਵਾਸ ਜਿਹੜੇ ਸਫਲੇ ਹੋ ਜਾਣ ਜੀ। ਤੈ ਜੀਵੜ ਮੈਂ ਨਾਹਿ ਕੋ, ਸਭ ਜਗ ਡਿਠਾ ਹੰਡ। ਹੇ ਵਾਹਿਗੁਰੂ ਪਰਮੇਸ਼ਰ ਜੀ, ਤੇਰੇ ਜਿੱਡਾ ਹੋਰ ਕੋਈ ਨਹੀਂ ਹੈ। ਮੈਂ ਸਾਰਾ ਸੰਸਾਰ ਦੇਖ ਲਿਆ ਹੈ, ਤੇਰੇ ਵਰਗਾ ਕੋਈ ਨਹੀਂ। ਇਸ ਕਰਕੇ ਤੂੰ ਮੈਨੂੰ ਆਪਣੇ ਨੂੰ ਵਿਛੋੜ ਨਾ, ਗੰਢ ਪੀੜੀ ਪਾ ਲੈ, ਐਸੀ ਗੰਢ ਪਾ ਜਿਹੜੀ ਖੁੱਲ੍ਹੇ ਹੀ ਨਾ ਕਿਤੇ। ਕਿਹੜੀ ਗੰਢ? ਪ੍ਰੇਮ ਵਾਲੀ। ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕਿਉ ਤਨਹੀ ਪ੍ਰਭ ਪਾਇਓ। ਇਹ ਪ੍ਰੀਤੀ ਵਾਲੀ ਗੰਢ ਪਰਮੇਸ਼ਰ ਜੀ ਪਾ ਲਓ, ਕਿਤੇ ਗੰਢ ਖੁੱਲ੍ਹ ਨਾ ਜਾਵੇ। ਇਹ ਮੈਨੂੰ ਪਤਾ ਵੀ ਤੇਰੇ ਜਿੱਡਾ ਹੋਰ ਕੋਈ ਨਹੀਂ। ਤੈਂ ਜੀਵੜ ਮੈਂ ਨਾਹਿ ਕੋ, ਮੈਂ ਦੇਖ ਲਿਆ ਭਾਲ ਕੇ ਫਿਰ ਕੇ, ਆਤਮਿਕ ਬਿਰਤੀ ਦੁਆਰਾ ਮੈਂ ਦੇਖ ਲਿਆ, ਮੈਨੂੰ ਸੋਝੀ ਆ ਗਈ। ਹੇ ਵਾਹਿਗੁਰੂ ਜੀ, ਹੇ ਖੁਦਾ, ਹੇ ਅੱਲਾਹ ਪਾਕ ਪਰਮੇਸ਼ਰ ਜੀ, ਤੇਰੇ ਵਰਗਾ ਕੋਈ ਨਹੀਂ ਹੈ, ਸਭ ਤੇ ਇੱਥੋਂ ਨਿਵੇਂ ਹਨ। ਐਸਾ ਹੈ ਤੂੰ, ਇਸ ਕਰਕੇ ਮੇਰੀ ਗੰਢ ਆਪ ਦੇ ਨਾਲ ਪੀੜੀ ਪਾ ਲੈ, ਕਿਤੇ ਖੁੱਲ੍ਹ ਨਾ ਜਾਵੇ। ਪ੍ਰੇਮ ਵਿੱਚ ਕਿਤੇ ਜਿਹੜੀ ਅਮਾਨਤ, ਇਹਦੇ ਵਿੱਚ ਖਿਆਨਤ ਨਾ ਆ ਜਾਵੇ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਸਾਧ ਸਿੰਘ ਜੀ ਫਰੀਦ ਸਾਹਿਬ ਜੀ ਕੋਲੇ ਨਾ ਸਾਰੀ ਦੁਨੀਆ ਮੱਥਾ ਟੇਕਣ ਆਉਂਦੀ ਸੀ। ਸਾਈਆਂ ਫਕੀਰਾਂ ਕੋਲੇ ਸਭ ਤਰ੍ਹਾਂ ਦੇ ਲੋਕ ਆਉਂਦੇ ਰਹਿੰਦੇ ਨੇ, ਆਪਣੇ ਆਪਣੇ ਮਸਲੇ, ਦੁੱਖ ਤਕਲੀਫਾਂ। ਅਤੇ ਉਹਨਾਂ ਵਿੱਚ ਇੱਕ ਲਿਖਾਰੀ ਮੁਨਸ਼ੀ ਮਸੱਦੀ ਆ ਗਿਆ। ਇਹ ਫਿਰ ਸਿਆਣੇ ਲੋਕ ਹੁੰਦੇ ਨਾ, ਪੜ੍ਹੇ ਲਿਖਿਆਂ 'ਚ, ਪੜ੍ਹੇ ਲਿਖੇ ਵਰਗ 'ਚੋਂ ਪਟਵਾਰੀ ਕਹਿ ਲਓ ਜਾਂ ਮੁਨਸ਼ੀ, ਲੇਖ ਲਿਖਣ ਵਾਲਾ ਕੋਈ ਲਿਖਾਰੀ ਆ ਗਿਆ। ਫਰੀਦ ਸਾਹਿਬ ਨਾਲ ਗੱਲਾਂ ਵਿਚਾਰਾਂ ਕੀਤੀਆਂ। ਪੁੱਛਿਆ ਫਰੀਦ ਸਾਹਿਬ ਜੀ ਨੇ ਵੀ ਭਾਈ ਕੀ ਧੰਦਾ ਕਰਦਾ? ਮੈਂ ਮੁਨਸ਼ੀ ਹਾਂ ਜੀ, ਮੈਂ ਲਿਖਾਰੀ ਹਾਂ। ਇਹ ਮੁਨਸ਼ੀ ਹੋਰ ਵੀ ਕਲਰਕ ਵੀ ਕਹਿ ਦਿੰਦੇ ਨੇ ਇਹਨੂੰ, ਅੱਜ ਕੱਲ੍ਹ ਦੀ ਬੋਲੀ 'ਚ ਕਲਰਕ ਆ ਗਿਆ, ਲਿਖਦਾ ਰਹਿੰਦਾ। ਕਹਿੰਦਾ ਮਹਾਰਾਜ ਮੈਂ ਮੁਨਸ਼ੀ ਹਾਂ, ਲਿਖਦਾ ਰਹਿੰਦਾ, ਹਿਸਾਬ ਕਿਤਾਬ। ਫਿਰ ਮਹਾਰਾਜ ਫਰੀਦ ਜੀ ਕਹਿਣ ਲੱਗੇ ਤੁਸੀਂ ਸਿਆਣੇ ਬੜੇ ਹੁੰਦੇ ਹੋ, ਪੜ੍ਹੇ ਲਿਖੇ ਹੋ, ਇਉਂ ਕਰ, ਜੇ ਤੂੰ ਪੜ੍ਹਿਆ ਲਿਖਿਆ ਬਹੁਤਾ ਹੈ ਨਾ, ਫਿਰ ਇਉਂ ਗੱਲ ਕਰ, ਤੂੰ ਜੇ ਲੇਖ ਲਿਖਦਾ ਨਾ, ਕਿਵੇਂ ਬਣਦੀ? ਜੇ ਤੂੰ ਬਹੁਤਾ ਪੜ੍ਹਿਆ, ਜੇ ਤੂੰ ਲਤੀਫ ਸੋਹਣੀ ਅਕਲ ਵਾਲਾ ਹੈ, ਬਹੁਤ ਸਿਆਣਾ ਆਪਣੇ ਆਪ ਨੂੰ ਸਮਝਦਾ ਹੈ, ਤੇ ਲੇਖ ਲਿਖਣੇ ਨਾ ਕਾਲੇ ਨਾ ਲਿਖ, ਸੋਹਣੇ ਸੋਹਣੇ ਅੱਖਰ ਲਿਖਿਆ ਕਰ। ਭਾਵ ਧੋਖੇਬਾਜ਼ੀ ਵਾਲੇ ਨਾ ਕਰਿਆ ਕਰ। ਕਿਸੇ ਵੱਡੀ ਲੈ ਕੇ ਲਿਖ ਲੈ, ਕਿਤੇ ਵੱਡ ਅਗਵਾਈ ਕਰ ਲਈ ਜਾਂ ਰਿਸ਼ਵਤਖੋਰੀ ਕਰ ਲਈ, ਐਸੇ ਲੇਖ ਲਿਖਿਆ ਨਾ ਕਰ ਤੂੰ ਭਾਈ। ਆਪਨੜੇ ਗਿਰੀਵਾਨ ਮਹਿ, ਸਿਰ ਨੀਵਾ ਕਰ ਦੇਖ।
ਕਦੇ ਵੀ ਆਪਣੀ ਝੋਲੀ ਵਿੱਚ ਨੀਵਾਂ ਪਾ ਕੇ ਗੱਲ ਪਾ ਕੇ ਕਰਕੇ ਨਾ ਸੋਚ ਲਿਆ ਕਰ ਮਾੜਾ 'ਚ ਸਿਰ ਨੀਵਾਂ ਕਰ ਦੇਖ, ਸਿਰ ਨੀਵਾਂ ਕਰ ਦੇਖ ਤੋਂ ਭਾਵ ਤੂੰ ਸੋਚ ਲਿਆ ਕਰ ਵੀ ਤੇਰੇ ਨਾਲ ਕੀ ਹੈ, ਕੀ ਜਾਣਾ ਲੇਖਾ ਪਤਾ ਤੇਰਾ ਇਹ ਹੀ ਹੈ। ਆਪਣੇ ਜਾਂ ਹਿਰਦੇ ਵਿੱਚ ਹਾਜ਼ੀ ਮਾਰ ਕੇ ਦੇਖ, ਜਿਹੜਾ ਬਹੁਤ ਗਿਆਨ ਨਾਲ ਸੋਚ ਵੀ ਤੇਰੇ ਨਾਲ ਕੁਛ ਜਾਣਾ ਨਹੀਂ ਹੈ, ਇਹ ਸੋਚ ਲਿਆ ਕਰ। ਇਸ ਕਰਕੇ ਲੇਖ ਚੰਗੇ ਚੰਗੇ ਲਿਖਣਾ ਕਰ, ਐਸਾ ਬਹੁਤਾ ਮਾੜਾ ਲੇਖ ਨਾ ਲਿਖ ਲਈ, ਐਸਾ ਲੇਖਾ ਲਿਖ ਧਾਨੇ ਲਿਖਾਰੀ ਨਾਨਕਾ ਜੇ ਨਾਮ ਲਿਖਾਇਆ ਸੱਚ, ਨਾਮ ਲਿਖਣਾ ਕਰ। ਪਰਮੇਸ਼ਰ ਦਾ ਜੋ ਨਾਮ ਹੈ ਖੁਦਾ ਦਾ, ਅੱਲਾ ਦਾ, ਉਹ ਵੀ ਲਿਖਣਾ ਕਰ ਆਪਣੇ ਹਿਰਦੇ ਵਿੱਚ। ਅਤੇ ਜਿਹੜੇ ਭੈੜੇ ਲੇਖ ਹੈ ਇਹ ਨਾ ਲਿਖਿਆ ਕਰ ਤੂੰ। ਸੋ ਸਾਧ ਸੰਗਤ ਜੀ, ਸਮਾਂ ਆਪਣਾ ਹੋ ਗਿਆ, ਇੱਥੇ ਸਮਾਪਤੀ ਕਰਾਂ ਗੁਰੂ ਪਾਤਸ਼ਾਹ ਰਹਿਮਤ ਕਰਨ। ਸੋ ਸੁਬਾਹ ਸਾਧੀਵਾਰ ਦਾ ਕੀਰਤਨ ਵੀ ਆਪਾਂ ਨੇ ਸਰਵਣ ਕੀਤਾ, ਫਿਰ ਕਥਾ, ਫਿਰ ਸੇਵਾ 'ਚ ਲੱਗੇ ਹੋ। ਸੇਵਾ ਅੱਜ ਵੀ ਸਾਰੀ ਦਿਹਾੜੀ ਅੱਜ ਤਾਂ ਮਹਾਰਾਜ ਦੀ ਕਿਰਪਾਲਤਾ ਵੀ ਅਖੰਡ ਪਾਠ ਸਾਹਿਬ ਮਹਾਂਪੁਰਸ਼ਾਂ ਦੀ ਪਾਵਨ ਯਾਦ ਨੂੰ ਮੁੱਖ ਰੱਖਦਿਆਂ ਆਰੰਭ ਹੋਣੇ ਨੇ। 5 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ, ਇਹਨਾਂ 5 ਦੇ ਪਰਸੋਂ ਭੋਗ ਪੈਣੇ ਨੇ। ਅਤੇ ਇੱਧਰ ਸਾਧ ਸੰਗਤ ਦੀ ਸਮਾਗਮ ਚੱਲਣਾ ਨਾਲ ਨਾਲ ਅੱਜ ਮਹਾਂਪੁਰਸ਼ਾਂ ਦਾ ਪਿੰਡਰਾਵਣਿਆਂ ਦਾ ਦੁਸਹਿਰਾ ਹੈ, ਉੱਥੇ ਵੀ ਹਾਜ਼ਰੀਆਂ ਲਾਉਣੀਆਂ ਨੇ। ਚਲ ਤੁਹਾਡੇ ਸਾਰਿਆਂ ਨੂੰ ਦਾਸ ਹੀ ਇਕੱਲਾ ਹਾਜ਼ਰੀ ਲਵਾ ਦਿੰਦਾ, ਅਤੇ ਤੁਸੀਂ ਸਾਰੇ ਇੱਧਰ ਵੀ ਸੇਵਾ 'ਚ ਹਾਜ਼ਰ ਹੋਵੋ। ਮਹਾਂਪੁਰਸ਼ਾਂ ਦਾ ਆਪਸੀ ਬਹੁਤ ਪਿਆਰ ਸੀ, ਫਕੀਰ ਲੋਕ ਹੀ ਸਨ ਸਾਧ ਸੰਗਤ ਜੀ। ਅਤੇ ਐਸਾ ਪਿਆਰ ਦਾ ਮਹਾਰਾਜ ਨੇ ਸਬੂਤ ਹੀ ਐਸਾ ਬਣਾਇਆ, 2-3 ਸੰਤਾਂ ਦੇ ਜਿਹੜੇ ਦਿਨ ਇਕੱਠੇ ਹੀ ਆ ਗਏ ਨੇ। 18 ਸਾਲ ਹੋ ਗਏ ਨੇ ਮਹਾਂਪੁਰਸ਼ਾਂ ਨੂੰ, ਕੋਈ 5-6 ਸਾਲ ਹੋ ਗਏ ਸੰਤ ਫਤਿਹ ਸਿੰਘ ਜੀ, ਉਹ ਵੀ ਇਹਨਾਂ ਦਿਨਾਂ ਵਿੱਚ ਹੀ। ਅਤੇ ਇਹ ਪੰਥ ਦੇ ਮਹਾਨ ਵਿਦਵਾਨ ਰਾਗੀ ਤਿਆਗੀ ਫਕੀਰ ਸਰੂਪ ਵੀ ਸਨ ਸਾਧ ਸੰਗਤ ਜੀ, ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ। ਵੇਖੋ ਮਹਾਂਪੁਰਸ਼ਾਂ ਦੇ ਕੈਸੇ ਆਪਸੀ ਸੰਬੰਧ ਹੁੰਦੇ ਨੇ। ਸੰਤ ਫਤਿਹ ਸਿੰਘ ਜੀ ਕੋਸਿਆਂ ਵਾਲੇ, ਇਹ ਆਪਣੇ ਮਹਾਂਪੁਰਸ਼ ਮਹਿਰੋਂ ਵਾਲੇ, ਪਿੰਡਰਾਂ ਵਾਲੇ ਸੰਤ ਗਿਆਨੀ ਮੋਹਨ ਸਿੰਘ ਜੀ, ਆਪਸੀ ਬੜਾ ਪਿਆਰ ਸੀਗਾ। ਉਹਨਾਂ ਦਿਨਾਂ ਵਿੱਚ ਸਾਰਿਆਂ ਦਾ ਸੰਬੰਧ ਬਣੀ ਜਾਂਦਾ। ਇਹ ਸਾਧ ਸੰਗਤ ਮਹੀਨਾ ਵੀ ਸ਼ਹੀਦੀ ਦਿਹਾੜਿਆਂ ਦਾ ਆ ਰਿਹਾ, ਚੱਲ ਰਿਹਾ ਹੈ, ਅਗਲਾ ਮਹੀਨਾ ਆਉਣਾ ਨੂੰ ਉਹਦਾ। ਇੱਕ ਐਸੀ ਇਹ ਲੀਲਾ ਪਰਮੇਸ਼ਰ ਨੇ ਬਣਾਈ ਹੁੰਦੀ ਹੈ ਜੇ ਫਕੀਰੀ ਗਾਖੜੀ ਹੈ, ਉਸਦੇ ਪਰਮੇਸ਼ਰ ਦੇ ਦਰਦੀ ਜਿਹੜੀ ਨਾ ਦਰਵੇਸ਼ੀ ਗਾਖੜੀ ਕਠਨ ਹੈ। ਪਰਮੇਸ਼ਰ ਆਪ ਹੀ ਕਿਰਪਾਲਤਾ ਕਰੇ ਤਾਂ ਨਿਭਾ ਸਕਦਾ ਹੈ। ਇਹ ਵਿਚਾਰਾਂ ਆਪਾਂ ਨੇ ਸਰਵਣ ਕੀਤੀਆਂ ਨੇ। ਗੁਰੂ ਪਾਤਸ਼ਾਹ ਰਹਿਮਤ ਕਰਨ ਵਿਚਾਰ ਕਰਦੇ ਹਾਂ, ਬਹੁਤ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ, ਕਾਹਲੀ ਕੰਮ ਵੀ ਕਰਦੇ ਫਿਰਦੇ, ਰਾਤ ਨੇ ਤੇ ਕੰਮ ਕਰਦੇ ਨਾਲ ਹੀ। ਅਤੇ ਫਿਰ ਸਾਧ ਸੰਗਤ ਜੀ, ਅਤੇ ਇਸ ਕਰਕੇ ਕਈ ਤਰ੍ਹਾਂ ਦੇ ਵਿਚਾਰ ਫਿਰ ਸਪਸ਼ਟੀ ਤੌਰ 'ਤੇ ਰਹਿ ਵੀ ਜਾਂਦੇ ਨੇ। ਉਹ ਸੰਗਤਾਂ ਆਪ ਕਿਰਪਾਲਤਾ ਕਰਕੇ ਬਖਸ਼ ਦਿਆ ਕਰੋ, ਅਰਦਾਸਾਂ ਕਰਕੇ ਵਿਚਾਰ ਸੋਹਣੀ ਚੱਲਦੀ ਰਹੇ। ਨਿੱਧਾ ਪ੍ਰਤ ਇਸ ਵੇਲੇ ਕਥਾ ਹੋਇਆ ਕਰੇਗੀ, ਕੋਸ਼ਿਸ਼ ਕਰਾਂਗੇ ਰਾਤ ਨੂੰ ਵੀ ਕਥਾ ਵਿੱਚ ਹਾਜ਼ਰੀਆਂ ਭਰੀਆਂ ਜਾਣ। ਮਹਾਰਾਜ ਰਹਿਮਤਾਂ ਕਰਨ। ਇੱਥੇ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। 11 ਕੁ ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਨੇ। ਅਤੇ ਸੇਵਾਦਾਰ ਜੇ ਗੁਰਮੁਖ ਪਿਆਰੇ ਉਹ ਭਾਈ ਸ਼ਾਮਲ ਹੋਏ ਅਰਦਾਸ ਵਿੱਚ। ਮੇਰਾ ਖਿਆਲ ਹੈ ਵੀ ਸੇਵਾ ਤੁਸੀਂ ਸੁਬਾਹ ਤੋਂ ਹੀ ਸੰਗਤ ਲੱਗੀ ਹੋਈ ਹੈ। ਵੇਖ ਲਓ, ਇਹ ਗੁਰੂਆਂ ਦੀ ਰਹਿਮਤਾਂ, ਤੁਹਾਡਾ ਪਿਆਰ ਹੈ, ਗੁਰੂ ਜਾਣਦਾ ਹੈ। ਔਰ ਠੰਡ ਵੀ ਸ਼ੁਰੂ ਹੋ ਗਈ ਹੈ ਕੁਛ ਅਤੇ ਸੰਗਤਾਂ ਵੱਲੋਂ ਫਰਸ਼ ਕਿਵੇਂ ਧੋ ਰਹੀਆਂ ਸਨ। ਚਲੋ ਪਰਮੇਸ਼ਰ ਜਾਣੇ। ਇਹ ਸੰਗਤ ਦਾ ਅਤੇ ਵਾਹਿਗੁਰੂ ਦੇ ਵਿੱਚ ਇਹ ਅਸੀਂ ਤਾਂ ਕੀ ਕਹਿ ਸਕਦੇ। ਗੁਰੂ ਜਾਣੇ ਜਿਨ੍ਹਾਂ ਨੇ ਪ੍ਰੇਰਨਾ ਕੀਤੀ ਹੈ, ਅਤੇ ਮਹਾਰਾਜ ਤੁਹਾਡੀ ਪ੍ਰੇਰਨਾ ਹੋਰ ਇਸੇ ਪ੍ਰਕਾਰ ਬਣਾਈ ਰੱਖੇ। ਤਕਰੀਬਨ ਇੱਕ ਹਫ਼ਤਾ ਦਾ ਸਾਧ ਸੰਗਤ ਜੀ ਸਮਾਗਮ ਚੱਲਣੇ। ਸਾਰਿਆਂ ਨੇ ਇਸੇ ਪ੍ਰਕਾਰ ਹੀ ਸੇਵਾਵਾਂ ਕਰਕੇ ਗੁਰੂ ਪਾਤਸ਼ਾਹ ਦੀਆਂ ਆਸ਼ੀਰਵਾਦਾਂ ਲੈਣੀਆਂ ਨੇ। ਜਿਹੜੀ ਬਹੁਤ ਵੱਡੀ ਜ਼ਿਆਦਾ ਸੇਵਾ ਚੱਲ ਰਹੀ ਸੀ ਉਹ ਤਕਰੀਬਨ ਨੇੜੇ ਹੋ ਗਈ ਆ। ਹੁਣ ਆਪਣੀ ਦਰਬਾਰ ਦੀ ਬਾਣੀ ਸੁਣਨੀ, ਲੰਗਰ ਬਣਾਉਣਾ, ਪਕਾਉਣਾ, ਛਕਾਉਣਾ ਇਹ ਕੰਮ ਰਹਿ ਗਿਆ। ਅਤੇ ਹਾਜ਼ਰੀਆਂ ਭਰਨੀਆਂ 2 ਟਾਈਮ, ਸ਼ਾਮ ਨੂੰ ਰਹਿਤ ਦਾ ਪਾਠ ਵੀ ਹੋਇਆ ਕਰੇਗਾ, ਆਰਤੀ ਦੇ ਜਾਪ ਹੋਇਆ ਕਰਨਗੇ। ਸਾਰਿਆਂ ਨੇ ਹਾਜ਼ਰੀਆਂ ਭਰਿਆ ਕਰਨੀਆਂ। ਮਹਾਂਪੁਰਸ਼ਾਂ ਦੀਆਂ, ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ ਅਸੀਸਾਂ ਪ੍ਰਾਪਤ ਕਰਨੀਆਂ। ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਿਓ।
ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।